ਹੈਲੋ ਫਰੈਂਡਸ, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਨੈਕਸਟ ਟੌਪਿਕ ਆ ਉਹ ਕਵਰ ਕਰਨ ਜਾ ਰਹੇ ਹਾਂ। ਇਹਦਾ ਨਾਂ ਹੈ ਐਡਮਿਨਿਸਟ੍ਰੇਟਿਵ ਸਟਰਕਚਰ, ਗਰੋਥ ਆਫ ਕੋਲੋਨੀਅਲ ਆਰਮੀ ਐਂਡ ਸਿਵਲੀਅਨ ਐਡਮਿਨਿਸਟ੍ਰੇਸ਼ਨ, ਯਾਨੀ ਕਿ ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ। ਠੀਕ ਹੈ, ਤਾਂ ਸ਼ੁਰੂ ਕਰਦੇ ਹਾਂ। ਐਡਮਿਨਿਸਟ੍ਰੇਸ਼ਨ ਐਂਡ ਕੰਪੋਜੀਸ਼ਨ ਆਫ ਮਿਲਟਰੀ। ਪਹਿਲਾਂ ਆਪਾਂ ਇਹਦੇ ਬਾਰੇ ਦੇਖਦੇ ਹਾਂ। ਅਰਲੀਅਰ ਬ੍ਰਿਟਿਸ਼ ਕੇਮ ਟੂ ਇੰਡੀਆ ਫॉर ਟ੍ਰੇਡ। ਦੇਖੋ ਅਰਲੀਐਸਟ ਬ੍ਰਿਟਿਸ਼ ਜਿਹੜੇ ਦਿੱਤੇ ਹੋਏ ਆ, ਠੀਕ ਆ। ਸ਼ੁਰੂ ਵਿੱਚ ਜਿਹੜੇ ਅੰਗਰੇਜ਼ ਨੇ ਕੇਮ ਟੂ ਇੰਡੀਆ ਫॉर ਕਾਹਦੇ ਲਈ ਆਏ? ਟ੍ਰੇਡ, ਯਾਨੀ ਕਿ ਵਪਾਰ ਕਰਨ ਦੇ ਲਈ। ਦੇਅਰ ਮੇਨ ਪਰਪਜ਼ ਵਾਜ਼ ਟੂ ਗੈਟ ਮੈਕਸੀਮਮ ਪ੍ਰੋਫਿਟ। ਉਹਨਾਂ ਦਾ ਜਿਹੜਾ ਮੇਨ ਪਰਪਜ਼ ਸੀਗਾ ਉਹ ਕੀ ਸੀਗਾ? ਗੈਟ ਮੈਕਸੀਮਮ ਪ੍ਰੋਫਿਟ, ਕਿ ਵੱਧ ਤੋਂ ਵੱਧ ਲਾਭ ਕਮਾਉਣਾ ਸੀਗਾ। ਬਟ ਦੇ ਵੌਨ ਓਵਰ ਮੈਨੀ ਇੰਡੀਅਨ ਟੈਰੇਟਰੀਜ਼। ਇੰਡੀਅਨ ਟੈਰੇਟਰੀਜ਼ ਮਤਲਬ ਕਿ ਇੰਡੀਆ ਦੇ ਇਲਾਕੇ, ਠੀਕ ਆ, ਕਾਫੀ ਇਲਾਕਿਆਂ ਦੇ ਉੱਪਰ ਉਹਨਾਂ ਨੇ ਕੀ ਸੀ? ਜਿੱਤ ਪ੍ਰਾਪਤ ਕਰ ਲਈ ਸੀਗੀ। ਟੂ ਰਨ ਦਾ ਐਡਮਿਨਿਸਟ੍ਰੇਸ਼ਨ ਆਫ ਦੀਸ ਟੈਰੇਟਰੀਜ਼ ਦੇ ਅਡੋਪਟਡ ਮੈਨੀ ਪੋਲਿਸੀਜ਼। ਹੁਣ ਉਹਨਾਂ ਦਾ ਜਦੋਂ ਉਹਨਾਂ ਨੇ ਅਧਿਕਾਰ ਕਰ ਲਿਆ, ਉਹਨਾਂ ਦੇ ਅੰਡਰ ਆ ਗਏ, ਤਾਂ ਉਹਨਾਂ ਦਾ ਸ਼ਾਸਨ ਵੀ ਉਹਨਾਂ ਨੂੰ ਚਲਾਉਣਾ ਪੈਣਾ ਸੀ। ਠੀਕ ਆ, ਸ਼ਾਸਨ ਚਲਾਉਣ ਲਈ ਕੀ ਸੀ ਕਿ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਸੀ ਆਪਣੀਆਂ ਪੋਲਿਸੀਜ਼, ਆਪਣੀਆਂ ਨੀਤੀਆਂ ਬਣਾਈਆਂ ਸੀਗੀਆਂ। ਦਾ objective of which was to protect the British interest in Indian administration composition। ਹੁਣ ਜਿਹੜੀਆਂ ਉਹ ਨੀਤੀਆਂ ਬਣਾ ਰਹੇ ਸੀ, ਇਹਨਾਂ ਦਾ ਉਦੇਸ਼ ਪਤਾ ਕੀ ਸੀ? ਇਹਨਾਂ ਦਾ ਉਦੇਸ਼ ਸੀਗਾ ਕਿ ਸਿਰਫ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਨਾ। ਓਕੇ, ਅੱਗੇ ਹੈ ਐਜ਼ ਦਾ ਟ੍ਰੇਡ ਆਫ ਦਾ ਈਸਟ ਇੰਡੀਆ ਕੰਪਨੀ। ਐਜ਼ ਦਾ ਟ੍ਰੇਡ ਆਫ the East India Company developed a need also was felt to organize its legal, administrative and bureaucratic। ਕਿ ਜਿਹੜੀ ਈਸਟ ਇੰਡੀਆ ਕੰਪਨੀ ਆ ਉਹਦੇ ਵਿਧਾਨਿਕ, ਪ੍ਰਸ਼ਾਸਨਿਕ ਅਤੇ ਅਫਸਰਸ਼ਾਹੀ ਦੇ ਸੰਗਠਨ ਦੀ ਜਿਹੜੀ ਜ਼ਰੂਰਤ ਮਹਿਸੂਸ ਕੀਤੀ ਗਈ। ਠੀਕ ਆ, ਉਸ ਟਾਈਮ ਦੇ ਵਿੱਚ ਫੀਲ ਕੀਤੀ ਗਈ, ਲਿਖਿਆ ਹੈ ਨਾ ਫਿਲਟ। ਐਂਡ ਦੈਨ ਕੀ ਸੀਗਾ ਵੀ ਭਾਰਤ ਵਿੱਚ ਅੰਗਰੇਜ਼ਾਂ ਦੇ ਸਾਮਰਾਜ ਨੂੰ ਕਾਇਮ ਰੱਖਣ ਦੇ ਲਈ ਕੀ ਸੀਗਾ ਕਿ ਸਿਵਲ, ਠੀਕ ਹੈ, ਇਹ ਤੋਂ ਬਿਨਾਂ ਪੁਲਿਸ ਅਤੇ ਸੈਨਾ ਤਿੰਨਾਂ ਦਾ ਪ੍ਰਬੰਧ ਕਰਨਾ ਜਿਹੜਾ ਸੀ ਜ਼ਰੂਰੀ ਸੀਗਾ। ਹੁਣ ਅੱਗੇ ਹੈਗਾ ਕੌਂਸਟੀਟਿਊਸ਼ਨਲ ਚੇਂਜਸ। ਜਿਹੜੇ ਸੰਵਿਧਾਨਿਕ ਚੇਂਜ ਆਏ ਨੇ ਉਹ ਕਿਹੜੇ ਨੇ ਉਹ ਦੇਖਦੇ ਹਾਂ। ਦਾ ਰੈਗੂਲੇਟਿੰਗ ਐਕਟ ਆਫ 1773 AD। 1773 AD ਦਾ ਜਿਹੜਾ ਹੈਗਾ ਰੈਗੂਲੇਟਿੰਗ ਐਕਟ 1773 ਦਾ ਵਾਜ ਪਾਸਡ ਟੂ ਇਨਕੁਆਇਰ ਦਾ ਵਰਕਿੰਗ ਆਫ ਈਸਟ ਇੰਡੀਆ ਕੰਪਨੀ। ਕਿ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਇਨਕੁਆਇਰੀ ਕਰਨ ਦੇ ਲਈ, ਇਨਕੁਆਇਰੀ ਹੁੰਦਾ ਵਾ ਜਾਂਚ ਕਰਨਾ, ਠੀਕ ਹੈ, ਜਾਂਚ ਦੇ ਲਈ ਜਿਹੜਾ ਸੀਗਾ ਕਿਹੜਾ ਐਕਟ ਆਇਆ? ਰੈਗੂਲੇਟਿੰਗ ਐਕਟ। ਅਕੋਰਡਿੰਗ ਟੂ ਦਿਸ ਐਕਟ ਦਾ ਬ੍ਰਿਟਿਸ਼ ਪਾਰਲੀਮੈਂਟ ਗੋਟ ਦਾ ਰਾਈਟ ਟੂ ਚੈੱਕ ਦਾ ਵਰਕਿੰਗ ਆਫ ਦਾ ਕੰਪਨੀ ਇਨ ਇੰਡੀਆ। ਹੁਣ ਇਸ ਐਕਟ ਦੇ ਅਨੁਸਾਰ ਕੀ ਸੀਗਾ ਕਿ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀਗੀ, ਠੀਕ ਹੈ, ਬ੍ਰਿਟਿਸ਼ ਪਾਰਲੀਮੈਂਟ ਸੀਗੀ, ਉਹਨੇ ਕੀ ਕਰਨਾ ਸੀਗਾ? ਚੈੱਕ ਕਰਨਾ ਸੀ ਕਿਹਦਾ ਕੰਮ, ਕੰਪਨੀ ਦਾ ਕੰਮ, ਕੀ ਉਹ ਸਹੀ ਤਰੀਕੇ ਨਾਲ ਕੰਮ ਕਰ ਰਹੇ ਆ ਆਪਣਾ। ਇਟ ਹੈਡ ਦਾ ਰਾਈਟ ਟੂ ਟੇਕ ਡਿਸੀਜਨ ਬਾਏ ਮੈਜੋਰਿਟੀ ਓਵਰ ਦਾ ਮੈਟਰਸ ਰਿਲੇਟਡ ਵਿਦ ਐਡਮਿਨਿਸਟ੍ਰੇਸ਼ਨ। ਇਹ ਤੋਂ ਬਿਨਾਂ ਕੀ ਸੀਗਾ ਕਿ ਸ਼ਾਸਨ ਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫੈਸਲੇ ਹੁਣ ਜਿਹੜੇ ਮੈਜੋਰਿਟੀ ਮਤਲਬ ਕਿ ਬਹੁਤ ਸੰਮਤੀ ਦੇ ਨਾਲ, ਠੀਕ ਹੈ, ਸਿਰਫ ਇੱਕ ਜਣਾ ਨਹੀਂ ਕਰ ਸਕਦਾ, ਬਹੁਤ ਸੰਮਤੀ ਜਿਹੜੇ ਸੀ ਉਹਨਾਂ ਨੂੰ ਇਹਦਾ ਅਧਿਕਾਰ ਪ੍ਰਾਪਤ ਹੋ ਗਿਆ ਸੀਗਾ। ਦਾ ਗਵਰਨਰ ਜਨਰਲ ਐਂਡ ਹਿਜ਼ ਕਾਉਂਸਲ। ਦੇਖੋ ਲਿਖਿਆ, ਦਾ ਗਵਰਨਰ ਜਨਰਲ ਐਂਡ ਹਿਜ਼ ਕਾਉਂਸਲ ਹੈਡ ਦਾ ਰਾਈਟ ਟੂ ਕੰਟਰੋਲ ਦਾ ਬੰਬੇ, ਮੁੰਬਈ ਆ ਜਿਹੜਾ, ਐਂਡ ਮਦਰਾਸ, ਚੇਨਈ, ਗਵਰਨਮੈਂਟ ਓਵਰ ਦਾ ਮੈਟਰਸ ਰਿਲੇਟਡ ਵਿਦ ਬਾਰ, ਪੀਸ, ਪੋਲੀਟੀਕਲ, ਟੈਰੀਟਰੀਜ਼ ਐਂਡ ਏਲੀਅਨਸ ਐਕਸਟਰਾ। ਦੇਖੋ ਇਹਦੇ ਨਾਲ ਕਹਿੰਦੇ ਹੁਣ ਗਵਰਨਰ ਜਨਰਲ ਅਤੇ ਉਹਦੀ ਜਿਹੜੀ ਕੌਂਸਲ ਸੀਗੀ ਉਹਨਾਂ ਨੂੰ ਵੀ ਅਧਿਕਾਰ ਮਿਲ ਗਿਆ ਕਾਹਦਾ? ਕਿ ਯੁੱਧ ਹੋਵੇ, ਸ਼ਾਂਤੀ ਹੋਵੇ, ਚਾਹੇ ਰਾਜਨੀਤਿਕ ਸੰਧੀਆਂ ਹੋਣ, ਸਾਰੇ ਮਾਮਲਿਆਂ ਵਿੱਚ ਕੀ ਆ ਕਿ ਬੰਬਈ ਆ ਜਿਹੜਾ, ਜਿਹਨੂੰ ਹੁਣ ਮੁੰਬਈ ਦੇ ਨਾਮ ਨਾਲ ਜਾਣਦੇ ਆਪਾਂ, ਐਂਡ ਜਿਹੜਾ ਮਦਰਾਸ ਆ ਜਿਹਨੂੰ ਆਪਾਂ ਹੁਣ ਚੇਨਈ ਦੇ ਨਾਮ ਨਾਲ ਜਾਣਦੇ ਹਾਂ, ਉਹਦੀਆਂ ਸਰਕਾਰਾਂ ਉੱਤੇ ਕੰਟਰੋਲ ਰੱਖਣ ਦਾ ਅਧਿਕਾਰ ਮਿਲ ਗਿਆ ਕਿਹਨੂੰ? ਗਵਰਨਰ ਜਨਰਲ ਐਂਡ ਉਹਦੀ ਕੌਂਸਲ ਨੂੰ। ਅੱਗੇ ਹੈ ਪਿਟਸ ਇੰਡੀਆ ਐਕਟ 1784 AD। 1784 ਦਾ ਪਿਟਸ ਇੰਡੀਆ ਐਕਟ। ਹੁਣ ਜਿਹੜਾ ਰੈਗੂਲੇਟਿੰਗ ਐਕਟ ਬਣਿਆ ਸੀ ਇਹਦੇ ਵਿੱਚ ਕੁਛ ਨਾ ਕੁਛ ਕਮੀਆਂ ਪਾਈਆਂ ਗਈਆਂ ਸੀਗੀਆਂ। ਉਹਨਾਂ ਕਮੀਆਂ ਨੂੰ ਦੂਰ ਕਰਨ ਲਈ ਕੀ ਕੀਤਾ ਕਿ ਬ੍ਰਿਟਿਸ਼ ਗੌਰਮੈਂਟ ਨੇ, ਪਾਰਲੀਮੈਂਟ ਨੇ ਇੱਕ ਹੋਰ ਐਕਟ ਭੇਜਿਆ, ਉਹਨੂੰ ਦੇਖਦੇ ਹਾਂ।
In 1784 AD, the Parliament of England passed ਪਿਟਸ ਇੰਡੀਆ ਐਕਟ। ਕਹਿੰਦੇ 1784 ਵਿੱਚ ਇੰਗਲੈਂਡ ਦੀ ਜਿਹੜੀ ਸੰਸਦ ਸੀ, ਬ੍ਰਿਟਿਸ਼ ਸੰਸਦ ਜਿਹੜੀ ਸੀ, ਉਹਨੇ ਪਿਟਸ ਇੰਡੀਆ ਐਕਟ ਆ ਜਿਹੜਾ ਉਹਨੂੰ ਪਾਸ ਕੀਤਾ। ਅਕੋਰਡਿੰਗ ਟੂ ਦਿਸ ਐਕਟ, ਹੁਣ ਇਸ ਐਕਟ ਦੇ ਅਨੁਸਾਰ ਕੀ ਸੀਗਾ, ਟੂ ਕੰਟਰੋਲ ਦਾ ਕੰਪਨੀਜ਼ ਸਿਵਲ ਮਿਲਟਰੀ ਐਂਡ ਫਾਈਨੈਂਸ਼ੀਅਲ ਮੈਟਰਸ ਆ ਬੋਰਡ ਆਫ ਕੰਟਰੋਲ ਵਾਜ ਇਸਟੇਬਲਿਸ਼ਡ ਇਨ ਇੰਗਲੈਂਡ। ਕਿ ਜਿਹੜੀ ਇਹ ਕੰਪਨੀ ਸੀ ਹੁਣ ਉਹਦੇ ਕੰਮਾਂ ਦੀ, ਕਿਹੜੇ ਕੰਮਾਂ ਦੀ, ਸਿਵਲ, ਸੈਨਿਕ ਅਤੇ ਆਰਥਿਕ ਕੰਮਾਂ ਉੱਤੇ ਕੀ ਸੀਗਾ, ਕਾਬੂ ਪਾਉਣ ਲਈ ਕੀ ਕੀਤਾ ਵੀ ਇੰਗਲੈਂਡ ਵਿੱਚ ਇੱਕ ਬੋਰਡ ਦੀ ਸਥਾਪਨਾ ਕੀਤੀ ਗਈ। ਕਿਹੜੇ ਬੋਰਡ ਦੀ, ਇਹ ਯਾਦ ਰੱਖਣਾ ਵਾ, ਬੋਰਡ ਆਫ ਕੰਟਰੋਲ ਦੀ। ਠੀਕ ਹੈ, ਕਿਤੇ ਦਿੱਤਾ ਹੋਇਆ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ ਸੀ, ਕਿੱਥੇ, ਇੰਗਲੈਂਡ ਦੇ ਵਿੱਚ। ਕੰਪਨੀ ਦੇ ਕਿਹੜੇ ਕਿਹੜੇ ਕੰਮਾਂ 'ਤੇ ਨਿਯੰਤਰਣ ਰੱਖਣ ਦੇ ਲਈ, ਦੇਖੋ ਦਿੱਤਾ ਹੋਇਆ ਇੱਥੇ ਆਪਾਂ ਨੂੰ, ਸਿਵਲ, ਮਿਲਟਰੀ ਐਂਡ ਫਾਈਨੈਂਸ਼ੀਅਲ ਕੰਮਾਂ ਦੇ ਉੱਤੇ। ਅੱਗੇ ਹੈ ਇਟ ਹੈਡ 6 ਮੈਂਬਰਸ। ਅਤੇ ਇਹਦੇ ਮੈਂਬਰ ਕਿੰਨੇ ਸੀਗੇ, 6 ਮੈਂਬਰ ਸੀਗੇ ਇਹ। ਦ ਮੈਂਬਰਸ ਆਫ ਦ ਗਵਰਨਰ ਜਨਰਲ ਇਨ ਕਾਊਂਸਲ ਵਾਜ ਰਿਡਿਊਸਡ ਫਰੋਮ 4 to 3। ਅਤੇ ਇਹਦੇ ਵਿੱਚੋਂ ਕੀ ਕੀਤਾ ਕਿ ਜਿਹੜੇ 4 ਦੀ ਥਾਂ 'ਤੇ ਮੈਂਬਰ ਆ, ਜਿਹੜੇ ਗਵਰਨਰ ਜਨਰਲ ਦੇ ਪਹਿਲਾਂ ਵਾਲੇ ਰੈਗੂਲੇਟਿੰਗ ਐਕਟ ਦੇ ਅਕੋਰਡਿੰਗ 4 ਮੈਂਬਰ ਸੀ ਨਾ, ਉਹਨਾਂ ਦੀ ਸੰਖਿਆ ਘਟਾ ਕੇ ਹੁਣ ਕਿੰਨੀ ਕਰਤੀ, 3 ਕਰਤੀ। ਠੀਕ ਹੈ। ਦ ਬੰਬੇ ਐਂਡ ਮਦਰਾਸ ਗਵਰਨਰਸ ਵਰ ਫੁੱਲੀ ਅੰਡਰ ਦਾ ਕੰਟਰੋਲ ਆਫ ਗਵਰਨਰ ਜਨਰਲ। ਹੁਣ ਜਿਹੜੇ ਬੰਬਈ ਅਤੇ ਮਦਰਾਸ ਸੀਗੇ ਉਹ ਪੂਰੀ ਤਰ੍ਹਾਂ ਕਿਹਦੇ ਅੰਡਰ ਆ ਗਏ ਸੀਗੇ, ਗਵਰਨਰ ਜਨਰਲ ਦੇ ਅਧੀਨ ਆ ਗਏ ਸੀ। ਇਹਨਾਂ ਦੋਨਾਂ ਪ੍ਰੈਜ਼ੀਡੈਂਸੀਆਂ ਦੇ ਜਿਹੜਾ ਗਵਰਨਰ ਸੀਗੇ ਉਹ ਕਿਹਦੇ ਅਧੀਨ ਆ ਗਏ ਸੀਗੇ, ਗਵਰਨਰ ਜਨਰਲ ਦੇ ਅਧੀਨ ਆ ਗਏ ਸੀਗੇ। ਠੀਕ ਹੈ। ਅੱਗੇ ਹੈ ਚਾਰਟਰ ਐਕਟ ਆਫ 1833 AD। ਫਿਰ ਇਹ ਤੋਂ ਬਾਅਦ 1833 ਦਾ ਚਾਰਟਰ ਐਕਟ ਆਇਆ। ਅੱਗੇ ਇਹਨਾਂ ਵਿੱਚ ਸੁਧਾਰ ਕਰਨ ਲਈ ਜਿਹੜੇ ਸੀ ਨਵੇਂ ਤੋਂ ਨਵੇਂ ਐਕਟ ਆਈ ਗਏ। ਅਕੋਰਡਿੰਗ ਟੂ ਦਿਸ ਐਕਟ, ਕੰਪਨੀ ਵਾਜ ਆਸਕਡ ਟੂ ਲੀਵ ਆਲ ਦਾ ਵਰਕ ਰਿਲੇਟਡ ਵਿਦ ਟਰੇਡ। ਕਿ ਹੁਣ ਇਹਦੇ ਵਿੱਚ ਕੀ ਹੋਇਆ ਕਿ ਜਿਹੜੀ ਕੰਪਨੀ ਸੀ ਉਹਨੂੰ ਵਪਾਰ ਦਾ ਸਾਰਾ ਕੰਮ ਛੱਡਣ ਨੂੰ ਕਹਿਤਾ ਕਿ ਤੁਸੀਂ ਵਪਾਰ ਦਾ ਕੰਮ ਆ ਜਿਹੜਾ ਉਹਨੂੰ ਬੰਦ ਕਰ ਦਿਓ, ਉਹਨੂੰ ਛੱਡ ਦਿਓ। ਸੋ ਦੈਟ ਇਟ ਵੁੱਡ ਪੇ ਇਟਸ ਫੁੱਲ ਅਟੈਂਸ਼ਨ ਟੂ ਐਡਮਿਨਿਸਟ੍ਰੇਸ਼ਨ। ਫੁੱਲ ਅਟੈਂਸ਼ਨ ਮਤਲਬ ਹੁੰਦਾ ਕਿ ਆਪਣਾ ਪੂਰਾ ਧਿਆਨ ਆ ਜਿਹੜਾ ਉਹ ਕਿਹੜੀ ਚੀਜ਼ ਵੱਲ ਲਗਾਓ, ਐਡਮਿਨਿਸਟ੍ਰੇਸ਼ਨ। ਐਡਮਿਨਿਸਟ੍ਰੇਸ਼ਨ ਕੀ ਹੁੰਦਾ ਵਾ, ਪ੍ਰਸ਼ਾਸਨ ਵੱਲ। ਠੀਕ ਹੈ, ਉੱਥੋਂ ਦਾ ਸ਼ਾਸਨ ਚਲਾਉਣ ਵੱਲ ਜਿਹੜਾ ਆਪਣਾ ਪੂਰਾ ਧਿਆਨ ਲਗਾਓ। ਦ ਬੰਗਾਲ ਗਵਰਨਰ ਜਨਰਲ ਐਂਡ ਕਾਊਂਸਲ ਵਰ ਨਾਓ ਨੇਮਡ ਐਜ਼ ਗਵਰਨਰ ਜਨਰਲ ਆਫ ਇੰਡੀਆ ਐਂਡ ਕਾਊਂਸਲ ਆਫ ਇੰਡੀਆ ਰਿਸਪੈਕਟਿਵਲੀ। ਹੁਣ ਕੀ ਹੋਇਆ ਕਿ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀਗਾ ਉਹਨੂੰ ਕਿਹੜਾ ਗਵਰਨਰ ਜਨਰਲ ਬਣਾ ਦਿੱਤਾ ਗਿਆ, ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ। ਠੀਕ ਹੈ। ਅਤੇ ਨਾਲ ਹੀ ਨਾਲ ਕੀ ਸੀ ਕਿ ਜਿਹੜੀ ਉਹਦੀ ਕੌਂਸਲ ਸੀਗੀ ਉਹਨੂੰ ਵੀ ਗਵਰਨਰ ਜਨਰਲ ਦਾ ਨਾਂ ਦੇ ਦਿੱਤਾ ਗਿਆ। ਠੀਕ ਆ, ਕਿਹੜੀ ਗਵਰਨਰ ਜਨਰਲ ਦਾ, ਬਟ ਹੁਣ ਭਾਰਤ ਦੀ ਗਵਰਨਰ ਜਨਰਲ ਅਤੇ ਕੌਂਸਲ ਦਾ ਨਾਮ ਦਿੱਤਾ ਉਹਨਾਂ ਨੂੰ। ਪਹਿਲਾਂ ਉਹ ਬੰਗਾਲ ਦੇ ਸੀ ਨਾ, ਹੁਣ ਭਾਰਤ ਦੇ ਹੋ ਗਏ। ਕਿਹੜੇ ਐਕਟ ਦੇ ਅਕੋਰਡਿੰਗ, 1833 ਦੇ ਐਕਟ ਦੇ ਅਕੋਰਡਿੰਗ। A law member was included in Governor General's Council to make laws for the country। ਹੁਣ ਇੱਕ ਹੋਰ ਕੰਮ ਕਰਤਾ ਕਿ ਜਿਹੜੀ ਗਵਰਨਰ ਜਨਰਲ ਦੀ ਕੌਂਸਲ ਸੀ ਨਾ ਉਹਦੇ ਵਿੱਚ ਇੱਕ ਹੋਰ ਮੈਂਬਰ ਐਡ ਕਰਤਾ। ਪਤਾ ਕਿਹੜਾ ਮੈਂਬਰ ਐਡ ਕੀਤਾ, ਕਿਹੜਾ ਮੈਂਬਰ, ਲਾ ਮੈਂਬਰ। ਠੀਕ ਆ, ਕਾਹਦੇ ਲਈ, ਟੂ ਮੇਕ ਲਾ ਫॉर ਦਾ ਕੰਟਰੀ, ਦੇਸ਼ ਦੇ ਲਈ ਕਾਨੂੰਨ ਬਣਾਉਣ ਦੇ ਲਈ। ਇਨ ਦਿਸ ਵੇ ਦਾ ਪ੍ਰੈਜ਼ੀਡੈਂਸੀਜ਼ ਪਾਰ ਡੈਬਰਡ ਫਰੋਮ ਦਾ ਰਾਈਟ ਟੂ ਮੇਕ ਲਾ। ਹੁਣ ਇਹਦੇ ਨਾਲ ਕੀ ਹੋਇਆ ਵੀ ਜਿਹੜੀਆਂ ਪ੍ਰੈਜ਼ੀਡੈਂਸੀਆਂ ਦੀ ਸਰਕਾਰਾਂ ਸੀ ਉਹਨਾਂ ਨੂੰ ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਸੀ, ਡੈਬਰੇਡ ਮਤਲਬ ਉਹਨਾਂ ਤੋਂ ਵਾਂਝੇ ਕਰ ਦਿੱਤਾ। ਠੀਕ ਹੈ, ਉਹਨਾਂ ਤੋਂ ਖੋਹ ਲਿਆ ਗਿਆ ਕਾਨੂੰਨ ਬਣਾਉਣ ਦਾ ਅਧਿਕਾਰ ਪ੍ਰੈਜ਼ੀਡੈਂਸੀਆਂ ਦੇ ਗਵਰਨਰਾਂ ਕੋਲੋਂ। ਇਨ ਦਿਸ ਵੇ ਦਾ ਸੈਂਟਰਲ ਗੌਰਮੈਂਟ ਵਾਜ਼ ਮੇਡ ਵੈਰੀ ਪਾਵਰਫੁਲ। ਇਹਦੇ ਨਾਲ ਕੀ ਹੋਇਆ ਕਿ ਹੁਣ ਜਿਹੜੀ ਕੇਂਦਰੀ ਸਰਕਾਰ ਸੀ ਉਹ ਬਹੁਤ ਪਾਵਰਫੁਲ, ਬਹੁਤ ਸ਼ਕਤੀਸ਼ਾਲੀ ਹੋ ਗਈ ਸੀ। ਹੁਣ ਦੇਖੋ ਰੈਗੂਲੇਟਿੰਗ ਐਕਟ ਦੇ ਵਿੱਚ ਕੀ ਸੀਗਾ ਕਿ ਬੰਗਾਲ ਦਾ ਗਵਰਨਰ ਜਨਰਲ ਬਣਿਆ ਸੀਗਾ, ਉਹ ਕੌਣ ਬਣਿਆ ਸੀ, ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਿਆ ਸੀ ਵਾਰੇਨ ਹੇਸਟਿੰਗਸ। ਠੀਕ ਹੈ, ਇਹ ਯਾਦ ਰੱਖਣਾ ਵਾ, ਰੈਗੂਲੇਟਿੰਗ ਐਕਟ 1773 ਦੇ ਅਕੋਰਡਿੰਗ। ਫਿਰ ਹੁਣ ਕੀ ਹੋਇਆ ਕਿ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀਗਾ ਉਹਨੂੰ ਪੂਰੇ ਭਾਰਤ ਦਾ ਗਵਰਨਰ ਜਨਰਲ ਬਣਾਤਾ। ਐਂਡ ਭਾਰਤ ਦਾ ਜਿਹੜਾ ਗਵਰਨਰ ਜਨਰਲ ਸੀ ਉਹ ਕੌਣ ਬਣਿਆ ਸੀ, ਪਹਿਲਾਂ ਭਾਰਤ ਦਾ ਗਵਰਨਰ ਜਨਰਲ ਸੀਗਾ ਲਾਰਡ ਵਿਲੀਅਮ
ਬੈਂਟਿੰਗ। ठीक है, ये याद रखना। हुण अगे आपां जिहड़ा इहदे बारे डिस्कस करते हैं। चार्टर एक्ट 1853 1853 का जिहड़ा चार्टर एक्ट आया उहदे विच इन्हां ने की चेंजिस कीतियां। अकॉर्डिंग टू द चार्टर एक्ट 1853 AD इहदे अनुसार हुण की होया कि लैजिसलेटिव वाज इस्टेबलिश्ड बाय सैपरेटिंग फ्रॉम एग्जैक्टिव। जिहड़ी लैजिसलेटिव आ वो की हुंदी है अपनी कार्यपालिका। ठीक है, एग्जैक्टिव की हो गया अपनी विधानपालिका। हुण दोनों नूं की सीगा अलग अलग करता, दोनों की स्थापना करती अलग अलग। इट हैड टोटल 12 मैंबरस ते इहदे कुल किन्ने मैंबर सन? 12 मैंबर सन। थ्रू दिस एक्ट द इंटरफेरेंस ऑफ द सेंट्रल गौरमेंट इनक्रीजड इन कंपनीज अफेयर्स। इस एक्ट नाल की होया भी हुण जिहड़ी संसद सीगी, ठीक आ, ब्रिटिश संसद सीगी, ਉਹਦਾ ਕੀ ਸੀਗਾ ਕਿ ਕੰਪਨੀ ਦੇ ਵਿੱਚ ਇੰਟਰਫੇਅਰ ਜਿਹੜਾ ਸੀਗਾ, ਠੀਕ ਆ, ਦਖਲ ਅੰਦਾਜ਼ੀ ਜਿਹੜੀ ਸੀਗੀ ਕੇਂਦਰ ਸਰਕਾਰ ਦੀ ਉਹ ਵੱਧ ਗਈ ਸੀਗੀ ਕਾਹਦੇ ਕੰਪਨੀ ਦੇ ਵਿੱਚ। ਹੁਣ ਕੰਪਨੀ ਆਪਣੀ ਮਰਜ਼ੀ ਨਾਲ ਨਹੀਂ ਕੰਮ ਕਰ ਸਕਦੀ ਸੀਗੀ। ਨਾਓ ਇਟ ਕੁਡ ਟੇਕ ਓਵਰ ਦਾ ਰੂਲ ਆਫ ਇੰਡੀਆ ਫਰੋਮ ਦਾ ਕੰਪਨੀ ਇਨਟੂ ਇਟਸ ਓਨ ਹੈਂਡਸ। ਕਹਿੰਦੇ ਹੁਣ ਉਹ ਕਦੀ ਵੀ ਜਿਹੜਾ ਕੀ ਆ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੇ ਸੀਗੇ। ਠੀਕ ਆ, ਇੰਨਾ ਕੁ ਜਿਹੜੀ ਸੀ ਦਖਲ ਅੰਦਾਜ਼ੀ ਹੋ ਗਈ ਸੀ, ਕਿਸੇ ਵੀ ਟਾਈਮ ਕੰਪਨੀ ਤੋਂ ਜਿਹੜਾ ਸੀ ਸ਼ਾਸਨ ਖੋਹ ਕੇ ਆਪਦੇ ਹੱਥਾਂ ਵਿੱਚ ਲੈ ਸਕਦੇ ਸੀ। ਐਂਡ ਉਹਨਾਂ ਨੇ ਲੈ ਵੀ ਲਿਆ ਸੀ ਕਦੋਂ? 1858 ਈਸਵੀ ਦੇ ਵਿੱਚ ਜਿਹੜਾ ਕੰਪਨੀ ਦਾ ਸ਼ਾਸਨ ਸੀਗਾ, ਭਾਰਤ ਦਾ ਸ਼ਾਸਨ ਪ੍ਰਬੰਧ ਸਿੱਧਾ ਜਿਹੜਾ ਸੀਗਾ ਇੰਗਲੈਂਡ ਦੀ ਮਹਾਰਾਣੀ ਦੇ ਹੱਥ ਵਿੱਚ ਚਲਿਆ ਗਿਆ ਸੀਗਾ। ਹੁਣ ਆ ਗਿਆ ਐਡਮਿਨਿਸਟ੍ਰੇਟਿਵ ਔਰਗਨਾਈਜੇਸ਼ਨਸ। ਠੀਕ ਹੈ, ਕਿ ਪ੍ਰਸ਼ਾਸਨਿਕ ਸੰਗਠਨ ਜਿਹੜੇ ਆ ਉਹ ਕਿਹੜੇ ਕਿਹੜੇ ਸੀਗੇ? 4 ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਸੀ ਉਸ ਟਾਈਮ ਦੇ ਵਿੱਚ। ਠੀਕ ਹੈ, ਲਿਖਿਆ ਹੋਇਆ ਨਾ 4 ਇੰਸਟੀਟਿਊਸ਼ਨਸ ਸੀਗੇ। 4 ਇੰਸਟੀਟਿਊਸ਼ਨਸ ਕਿਹੜੇ ਕਿਹੜੇ ਸੀ? ਸਿਵਲ ਸਰਵਿਸ ਹੋ ਗਈ ਸਭ ਤੋਂ ਪਹਿਲਾਂ, ਦੈਨ ਹੋ ਗਈ ਆਰਮੀ ਸੈਨਾ, ਫਿਰ ਹੋ ਗਿਆ ਪੁਲਿਸ, ਫਿਰ ਹੋ ਗਈ ਜੁਡੀਸ਼ੀਅਰੀ ਨਿਆਂ ਵਿਵਸਥਾ। ਸਿਵਲ ਸਰਵਿਸਿਜ਼ ਇਹਦੇ ਬਾਰੇ ਦੇਖਦੇ ਹਾਂ। ਦ ਕ੍ਰੈਡਿਟ ਟੂ ਸਟਾਰਟ ਦ ਸਿਵਲ ਸਰਵਿਸ ਇਨ ਇੰਡੀਆ ਗੋਜ਼ ਟੂ ਕਾਰਨਵਾਲਿਸ। ਦੇਖੋ ਇੰਡੀਆ ਦੇ ਵਿੱਚ ਕਹਿੰਦੇ ਸਿਵਲ ਸਰਵਿਸ ਆ ਜਿਹੜੀਆਂ ਉਹਨਾਂ ਨੂੰ ਸਟਾਰਟ ਕਰਨ ਦਾ ਕ੍ਰੈਡਿਟ ਆ ਉਹ ਕਿਹਨੂੰ ਜਾਂਦਾ? ਲਾਰਡ ਕਾਰਨਵਾਲਿਸ ਨੂੰ ਜਾਂਦਾ। ਠੀਕ ਹੈ, ਜੇ ਆਪਾਂ ਸਿੱਧੀ ਲੈਂਗੁਏਜ ਵਈ ਕਹੀਏ ਤਾਂ ਭਾਰਤ ਵਿੱਚ ਸਿਵਲ ਸਰਵਿਸ ਦਾ ਜਿਹੜਾ ਮੁੱਢੀ ਉਹ ਕੌਣ ਸੀ? ਲਾਰਡ ਕਾਰਨਵਾਲਿਸ। He increased the salaries of the civil service officers to put an end to weavery। ਕਹਿੰਦੇ ਉਹਨੇ ਕੀ ਕੀਤਾ ਕਿ ਜਿਹੜੇ ਸਿਵਲ ਸਰਵਿਸ ਦੇ ਆਫੀਸਰ ਸੀਗੇ, ਠੀਕ ਹੈ, ਉਹਨਾਂ ਦੀਆਂ ਸੈਲਰੀਜ਼ ਜਿਹੜੀਆਂ ਸੀ ਇਨਕਰੀਜ਼ ਕਰਤੀਆਂ, ਵਧਾ ਦਿੱਤੀਆਂ। ਕਿਉਂ? ਤਾਂ ਕਿ ਉਹ ਜਿਹੜੇ ਬੇਰੇਬਰੀ ਮਤਲਬ ਰਿਸ਼ਵਤ ਨਾ ਲੈ ਸਕਣ। ਠੀਕ ਹੈ, ਰਿਸ਼ਵਤ ਆ ਜਿਹੜੀ ਉਹਨੂੰ ਨਾ ਲੈ ਸਕਣ ਅਤੇ ਆਪਣੀਆਂ ਤਨਖਾਹਾਂ 'ਤੇ ਜਿਹੜਾ ਉਹਨਾਂ ਨੂੰ ਸਬਰ ਹੋ ਜੇ। Officers were banned against private trade and accept the gift from Indians। ਨਾਲ ਹੀ ਨਾਲ ਉਹਨੇ ਇੱਕ ਮਤਲਬ ਇੱਕ ਹੋਰ ਪਾਬੰਦੀ ਲਗਾਤੀ। ਉਹ ਕੀ ਲਗਾਈ ਕਿ ਜਿਹੜੇ ਵੀ ਆਫੀਸਰਸ ਨੇ, ਠੀਕ ਆ, ਉਹ ਆਪਣਾ ਕੋਈ ਵੀ ਪ੍ਰਾਈਵੇਟ ਜਿਹੜਾ ਟਰੇਡ ਆ, ਨਿੱਜੀ ਵਪਾਰ ਉਹ ਨਹੀਂ ਕਰ ਸਕਦੇ ਭਾਰਤ ਦੇ ਨਾਲ। ਨਾਲ ਹੀ ਨਾਲ ਉਹ ਇੰਡੀਅਨਸ ਤੋਂ ਜਿਹੜੇ ਗਿਫਟ ਨੇ, ਤੋਹਫੇ ਵੀ ਨਹੀਂ ਲੈ ਸਕਦੇ। ਠੀਕ ਹੈ, ਅੱਗੇ ਹੈ ਹੀ ਅਪੁਆਇੰਟਡ ਓਨਲੀ ਦ ਯੂਰਪੀਅਨ ਔਨ ਦਾ ਹਾਇਰ ਪੋਸਟ। ਉਹਨੇ ਕੀ ਕੀਤਾ ਕਿ ਜਿਹੜੀਆਂ ਉੱਚੀਆਂ ਪਦਵੀਆਂ ਸੀ, ਹਾਇਰ ਪੋਸਟ ਸੀ, ਉਹਨਾਂ 'ਤੇ ਕਿਹਨੂੰ ਅਪੁਆਇੰਟ ਕੀਤਾ? ਕਿਹਨਾਂ ਨੂੰ ਲਗਾਇਆ? ਸਿਰਫ ਯੂਰਪੀਅਨਸ ਨੂੰ, ਸਿਰਫ ਅੰਗਰੇਜ਼ਾਂ ਨੂੰ ਲਗਾਇਆ। ਇਨ 1806 ਲਾਰਡ ਵਿਲੀਅਮ ਓਪਨ ਆ ਕਾਲਜ ਇਨ ਹੈਲੀਬਰੀ ਇਨ ਇੰਗਲੈਂਡ। ਹੁਣ 1806 ਦੇ ਵਿੱਚ ਕੀ ਕੀਤਾ ਕਿ ਲਾਰਡ ਵਿਲੀਅਮ ਜਿਹੜਾ ਸੀਗਾ ਉਹਨੇ ਹੈਲੀਬਰੀ ਇੰਗਲੈਂਡ ਦੇ ਵਿੱਚ ਇੱਕ ਕਾਲਜ ਓਪਨ ਕੀਤਾ। ਠੀਕ ਹੈ, ਕਾਹਦੇ ਲਈ ਕੀਤਾ? ਹੁਣ ਉੱਥੇ ਕੀ ਕਰਿਆ ਜਾਂਦਾ ਸੀ? ਵੇਅਰ ਨਿਊਲੀ ਅਪੁਆਇੰਟਡ ਸਿਵਲ ਸਰਵਿਸਿਜ਼ ਆਫੀਸਰਸ ਵਰ ਗਿਵਨ ਟ੍ਰੇਨਿੰਗ ਬਿਫੋਰ ਸੈਂਡਿੰਗ ਦੈਮ ਟੂ ਇੰਡੀਆ। ਉੱਥੇ ਹੁਣ ਕੀ ਕੀਤਾ ਜਾਂਦਾ ਸੀ ਕਿ ਜਿਹੜੇ ਸਿਵਲ ਆਫੀਸਰਸ ਨੇ ਇੰਡੀਆ ਭੇਜਣਾ ਹੁੰਦਾ ਸੀ, ਪਹਿਲਾਂ ਉਹਨਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ। ਅਕੋਰਡਿੰਗ ਟੂ ਚਾਰਟਰ ਐਕਟ 1833। ਹੁਣ 1833 ਦਾ ਚਾਰਟਰ ਐਕਟ ਦੇਖਿਆ ਜਾਵੇ ਤਾਂ ਕੀ ਕੀਤਾ ਕਿ ਇੰਡੀਅਨ ਵੁੱਡ ਨਾਟ ਬੀ ਡਿਬੈਰਿਡ ਫਰੋਮ ਦਾ ਗੌਰਮੈਂਟ ਜੋਬ ਔਨ ਦਾ ਬੇਸਿਸ ਆਫ ਰਿਲੀਜਨ, ਕਾਸਟ ਐਂਡ ਕਲਰ। ਕਹਿੰਦੇ ਡਿਬੈਰਨ ਹੁੰਦਾ ਵਾ ਭੇਦਭਾਵ,
ਕਿ ਜਿਹੜੇ ਭਾਰਤੀ ਆ ਉਹਨਾਂ ਨੂੰ ਉਹਨਾਂ ਦੀ ਧਰਮ, ਉਹਨਾਂ ਦੀ ਜਾਤ ਜਾਂ ਉਹਨਾਂ ਦੇ ਰੰਗ ਦੇ ਆਧਾਰ 'ਤੇ ਨੌਕਰੀਆਂ 'ਤੇ ਲਗਾਉਣ ਦੇ ਲਈ ਸਰਕਾਰ ਵੱਲੋਂ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਊਗਾ। ਬਟ ਸਟਿਲ ਇੰਡੀਅਨਸ ਵਰ ਨੋਟ ਅਪੁਆਇੰਟਡ ਔਨ ਹਾਈਅਰ ਪੋਸਟ, ਬਟ ਫਿਰ ਵੀ ਕੀ ਸੀਗਾ ਕਿ ਜਿਹੜੇ ਇੰਡੀਅਨ ਸੀ ਉਹਨੂੰ ਉੱਚੀਆਂ ਪੋਸਟਾਂ 'ਤੇ ਨਹੀਂ ਲਗਾਇਆ ਜਾਂਦਾ ਸੀ। ਇਹ ਸਿਰਫ ਕਹਿਣ ਦੀਆਂ ਗੱਲਾਂ ਸੀ ਉਹਨਾਂ ਦੀਆਂ। ਅੱਗੇ ਹੈ ਇਨ 1853 AD the appointments in the civil service were based on competitive examination। ਹੁਣ 1853 ਵਿੱਚ ਕੀ ਹੋਇਆ ਕਿ ਜਿਹੜੇ ਇੰਡੀਅਨ ਅਪੁਆਇੰਟ ਕਰਨੇ ਹੁੰਦੇ ਸੀਗੇ ਸਿਵਲ ਸਰਵਿਸ ਦੇ ਵਿੱਚ, ਠੀਕ ਆ, ਉਹ ਕੀ ਹੋਇਆ ਕਿ ਕੰਪੀਟੀਸ਼ਨ ਐਗਜ਼ਾਮ ਦੇ ਬੇਸ 'ਤੇ ਜਿਹੜੇ ਕੀਤੇ ਜਾਣਗੇ, ਠੀਕ ਆ, ਪ੍ਰਤੀਯੋਗੀ ਪ੍ਰੀਖਿਆ ਦੇ ਆਧਾਰ 'ਤੇ ਕੀਤੇ ਜਾਣਗੇ। ਦਾ ਐਗਜ਼ਾਮਸ ਵਰ ਕੰਡਕਟਡ ਇਨ ਇੰਗਲੈਂਡ, ਅਤੇ ਜਿਹੜਾ ਐਗਜ਼ਾਮ ਉਹ ਕਿੱਥੇ ਲਿਆ ਜਾਊਗਾ, ਇੰਗਲੈਂਡ ਦੇ ਵਿੱਚ ਹੋਊਗਾ। ਮੀਡੀਅਮ ਬਾਅਦ ਇੰਗਲਿਸ਼, ਅਤੇ ਨਾਲ ਹੀ ਨਾਲ ਉਹਦਾ ਮੀਡੀਅਮ ਕਿਹੜਾ ਹੋਊਗਾ, ਇੰਗਲਿਸ਼ ਹੋਊਗਾ, ਅੰਗਰੇਜ਼ੀ ਹੋਊਗਾ। ਦਾ ਮੈਕਸੀਮਮ ਏਜ ਲਿਮਿਟ ਵਾਜ ਫਿਕਸਡ ਟੂ 22 ਈਅਰਸ, ਅਤੇ ਜਿਹੜੀ ਮੈਕਸੀਮਮ ਉਹਦੀ ਵੱਧ ਤੋਂ ਵੱਧ ਏਜ ਕਿੰਨੀ ਕਰ ਦਿੱਤੀ ਗਈ, ਵਧਾ ਕੇ 22 ਸਾਲ ਕਰ ਦਿੱਤੀ ਗਈ, ਠੀਕ ਹੈ। ਵਿਚ ਇਜ਼ 1864 AD ਵਾਜ 21 ਈਅਰ, 1864 ਵਿੱਚ 1 ਸਾਲ ਘਟਾ ਕੇ ਕਿੰਨੀ ਕਰਤੀ, 21 ਸਾਲ ਕਰਤੀ। ਇਨ 1876 AD 19 ਈਅਰ, ਫਿਰ 1876 ਵਿੱਚ ਘਟਾ ਕੇ ਕਿੰਨੀ ਕਰਤੀ, 19 ਸਾਲ ਕਰਤੀ। ਐਨ ਇੰਡੀਅਨ ਨੇਮਡ ਸਤਿੰਦਰ ਨਾਥ ਟੈਗੋਰ ਰਿਮੇਨਡ ਸਕਸੈਸਫੁਲ ਇਨ ਸਿਵਲ ਸਰਵਿਸਿਜ਼ ਐਗਜ਼ਾਮ ਇਨ 1863। ਇੰਪੋਰਟੈਂਟ ਫੈਕਟ ਆ, ਯਾਦ ਰੱਖਣਾ ਕਿ ਜਿਹੜਾ ਸਿਵਲ ਸਰਵਿਸ ਦਾ ਐਗਜ਼ਾਮ ਸੀਗਾ ਕਿਹੜੇ ਭਾਰਤੀ ਨੇ ਸਭ ਤੋਂ ਪਹਿਲੀ ਵਾਰ ਕਲੀਅਰ ਕੀਤਾ ਸੀ, ਤਾਂ ਉਹ ਕੀਤਾ ਸੀ ਸਤਿੰਦਰ ਨਾਥ ਟੈਗੋਰ ਨੇ। ਕਦੋਂ ਕੀਤਾ, 1863 ਈਸਵੀ ਦੇ ਵਿੱਚ। ਅੱਗੇ ਹੈ ਲੈਟਰ ਔਨ ਦਾ ਇੰਡੀਅਨ ਡਿਮਾਂਡਡ ਟੂ ਇਨਕਰੀਜ਼ ਦਾ ਏਜ ਲਿਮਿਟ ਐਂਡ ਟੂ ਇਸਟੇਬਲਿਸ਼ ਸੈਂਟਰ ਫॉर ਐਗਜ਼ਾਮੀਨੇਸ਼ਨ ਇਨ ਇੰਡੀਆ ਇੰਸਟੀਡ ਆਫ ਇੰਗਲੈਂਡ। ਹੁਣ ਜਿਹੜੇ ਇੰਡੀਅਨ ਸੀ ਉਹਨਾਂ ਨੇ ਡਿਮਾਂਡ ਰੱਖਤੀ ਕਿ ਵੀ ਜਿਹੜੀ ਇਹਦੇ ਵਿੱਚ ਏਜ ਲਿਮਿਟ ਉਹ ਵੀ ਵਧਾਈ ਜਾਵੇ, ਨਾਲ ਹੀ ਨਾਲ ਐਗਜ਼ਾਮੀਨੇਸ਼ਨ ਦਾ ਜਿਹੜਾ ਸੈਂਟਰ ਹੈ ਕਿਹੜਾ ਬਣਾਇਆ ਜਾਵੇ, ਇੰਡੀਆ ਬਣਾਇਆ ਜਾਵੇ ਇੰਗਲੈਂਡ ਦੀ ਥਾਂ 'ਤੇ, ਠੀਕ ਹੈ। ਦਾ ਵਾਇਸਰਾਏ ਲਾਰਡ ਰਿਪਨ ਸਪੋਰਟਡ ਦਿਸ ਡਿਮਾਂਡ, ਜਿਹੜਾ ਵਾਇਸਰਾਏ ਸੀਗਾ ਲਾਰਡ ਰਿਪਨ, ਉਹਨੇ ਵੀ ਇਹ ਡਿਮਾਂਡ ਦਾ ਸਮਰਥਨ ਕੀਤਾ ਸੀ, ਸਪੋਰਟ ਕੀਤੀ ਸੀ। ਸਪੋਰਟਡ ਦਾ ਮਤਲਬ ਸਮਰਥਨ ਕੀਤਾ। ਦਾ ਸੈਕਟਰੀ ਆਫ ਦਾ ਸਟੇਟ ਡਿਡ ਨਾਟ ਐਕਸੈਪਟ ਦਾ ਡਿਮਾਂਡ, ਪਰ ਜਿਹੜਾ ਬ੍ਰਿਟਿਸ਼ ਗੌਰਮੈਂਟ ਸੀ, ਸੈਕਟਰੀ ਸੀਗਾ ਜਿਹੜਾ, ਉਹਨੇ ਡਿਮਾਂਡ ਨੂੰ ਐਕਸੈਪਟ ਨਹੀਂ ਕੀਤਾ ਸੀ, ਸਵੀਕਾਰ ਨਹੀਂ ਕੀਤਾ ਸੀ। ਦੈਨ ਕੀ ਹੋਇਆ, ਇਨ 1886 AD ਵਾਇਸਰਾਏ ਲਾਰਡ ਰਿਪਨ ਅਪੁਆਇੰਟਡ ਅ ਪਬਲਿਕ ਸਰਵਿਸ ਕਮਿਸ਼ਨ ਆਫ 15 ਮੈਂਬਰਸ। ਹੁਣ ਜਿਹੜਾ ਵਾਇਸਰਾਏ ਲਾਰਡ ਰਿਪਨ ਸੀ ਉਹਨੇ ਇੱਕ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਸੀਗਾ ਉਹ ਅਪੁਆਇੰਟ ਕੀਤਾ, ਠੀਕ ਹੈ। ਕਦੋਂ, 1886 ਵਿੱਚ, ਠੀਕ ਆ। 15 ਮੈਂਬਰ ਸੀਗੇ ਉਹਦੇ ਵਿੱਚ। ਦਿਸ ਕਮਿਸ਼ਨ ਰਿਕਮੈਂਡਡ ਦੈਟ ਦਾ ਸਿਵਲ ਸਰਵਿਸ ਸ਼ੁੱਡ ਬੀ ਡਿਵਾਈਡਡ ਇਨਟੂ 3 ਪਾਰਟਸ। ਇਹਨਾਂ ਦੀ ਸਿਫਾਰਿਸ਼ ਸੀ ਵੀ ਜਿਹੜੀਆਂ ਸਿਵਲ ਸਰਵਿਸ ਨੇ ਉਹਨਾਂ ਨੂੰ ਕੀ ਆ 3 ਪਾਰਟਸ ਵਿੱਚ ਡਿਵਾਈਡ ਕਰ ਦਿੱਤਾ ਜਾਵੇ। ਸਭ ਤੋਂ ਪਹਿਲਾਂ ਕੀ ਆ ਗਿਆ, ਇੰਪੀਰੀਅਲ ਔਰ ਇੰਡੀਅਨ ਸਿਵਲ ਸਰਵਿਸ, ਕਿ ਇੰਪੀਰੀਅਲ ਅਤੇ ਇੰਡੀਅਨ ਸਿਵਲ ਸਰਵਿਸ। ਨਾਲ ਹੀ ਨਾਲ ਉਹਨਾਂ ਨੇ ਕੀ ਕਿਹਾ ਵੀ ਐਗਜ਼ਾਮੀਨੇਸ਼ਨ ਆਫ ਵਿਚ ਸ਼ੁੱਡ ਬੀ ਕੰਡਕਟਡ ਇਨ ਇੰਗਲੈਂਡ, ਕਿ ਜਿਹੜੀ ਇੰਪੀਰੀਅਲ ਜਾਂ ਇੰਡੀਅਨ ਸਿਵਲ ਸਰਵਿਸ ਦੀ ਪ੍ਰੀਖਿਆ ਹੋਗੀ ਉਹਦਾ ਐਗਜ਼ਾਮ ਆ ਇੰਗਲੈਂਡ ਵਿੱਚ ਕੰਡਕਟ ਹੋਵੇ। ਪ੍ਰੋਵਿੰਸ਼ੀਅਲ ਸਰਵਿਸਿਜ਼ ਐਗਜ਼ਾਮ ਆਫ ਵਿਚ ਸ਼ੁੱਡ ਬੀ ਕੰਡਕਟਡ ਇਨ ਡਿਫਰੈਂਟ ਪ੍ਰੋਵਿੰਸਿਸ। ਹੁਣ ਨਾਲ ਹੀ ਜਿਹੜੇ ਪ੍ਰਾਂਤਿਕ ਸਰਵਿਸ ਆ, ਠੀਕ ਆ, ਪ੍ਰੋਵਿੰਸਿਸ ਮਤਲਬ ਪ੍ਰਾਂਤ ਜਿਹੜੇ ਸੀਗੇ ਉਹਨਾਂ ਦਾ ਐਗਜ਼ਾਮ ਆ ਕਹਿੰਦੇ ਜਿਹੜੇ ਪ੍ਰਾਂਤਾਂ ਦੇ ਵਿੱਚ ਹੀ ਹੈਲਡ ਹੋਣਾ ਚਾਹੀਦਾ ਵਾ। ਪ੍ਰੋਫੈਸ਼ਨਲ ਸਰਵਿਸਿਜ਼ ਕਮਿਸ਼ਨ ਰਿਕਮੈਂਡਡ ਟੂ ਇਨਕਰੀਜ਼ ਦਾ ਏਜ ਫਰੋਮ 19 to 23 ਫਰੋਮ ਇੰਡੀਅਨਸ। ਤੀਜਾ ਪੁਆਇੰਟ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰੋਫੈਸ਼ਨਲ ਸਰਵਿਸ ਆ, ਠੀਕ ਆ, ਜਿਹਨੇ ਮਤਲਬ ਕਮਿਸ਼ਨ ਵਿੱਚ ਭਾਰਤੀਆਂ ਦੀ ਪ੍ਰੀਖਿਆ ਵਿੱਚ ਬੈਠਣ ਦੀ ਉਮਰ ਆ ਉਹ 19 ਤੋਂ ਵਧਾ ਕੇ 23 ਸਾਲ ਕਰਨ ਦੀ ਸਿਫਾਰਿਸ਼ ਕੀਤੀ ਸੀਗੀ। ਨਾਲ ਹੀ ਨਾਲ ਕੀ ਹੋਇਆ, ਇਨ 1892 AD ਇੰਡੀਅਨ ਗੌਰਮੈਂਟ ਐਕਸੈਪਟਡ ਦੀਜ਼ ਰਿਕਮੈਂਡੇਸ਼ਨ। ਉਹਨਾਂ ਦੀ ਇਹ ਰਿਕਮੈਂਡੇਸ਼ਨ ਜਿਹੜੀ ਸਿਫਾਰਿਸ਼ ਸੀ ਉਹਨੂੰ 1892 ਵਿੱਚ ਬ੍ਰਿਟਿਸ਼ ਸਰਕਾਰ ਨੇ ਮੰਨ ਲਿਆ। ਅੱਗੇ ਹੈ ਇਨ 1918 AD Montagu Chelmsford recommended that 33% Indian should be required in Indian civil service and gradually the number of there should be increased। ਹੁਣ ਕਹਿੰਦੇ 1918 ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ, ਠੀਕ ਆ। ਕਿਹੜੀ ਰਿਪੋਰਟ ਉਹਨੇ ਸਿਫਾਰਿਸ਼ ਕੀਤੀ, ਉਹਦਾ ਨਾਂ ਸੀ ਮੌਂਟੇਗਿਊ ਚੇਮਸਫੋਰਡ, ਕਿ ਜਿਹੜੀਆਂ ਪੋਸਟਾਂ ਨੇ, ਠੀਕ ਆ, ਇੰਡੀਅਨ ਸਿਵਲ ਸਰਵਿਸ ਵਿੱਚ ਉਹਨਾਂ 'ਤੇ ਕਿਹਨੂੰ ਨਿਯੁਕਤ ਕੀਤਾ ਜਾਵੇ, 33% ਭਾਰਤੀਆਂ ਨੂੰ ਨਿਯੁਕਤ ਕੀਤਾ ਜਾਵੇ।
ਠੀਕ ਹੈ। ਜੇ 100% ਪੋਸਟਾਂ ਨੇ ਉਹਦੇ ਵਿੱਚੋਂ 33% ਤੇ ਭਾਰਤੀ ਹੋਣੇ ਚਾਹੀਦੇ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਨਾਲ ਜਿਹੜੀ ਆ ਅੱਗੇ ਚੱਲ ਕੇ ਇਹਨਾਂ ਦੀ ਸੰਖਿਆ ਵਾ ਜਿਹੜੀ ਹੋਰ ਵੀ ਵਧਾਈ ਜਾਵੇ, 33% ਤੋਂ ਹੋਰ ਵੀ ਵਾਧਾ ਕੀਤਾ ਜਾਵੇ। ਦਿਸ ਰਿਪੋਰਟ ਵਾਜ਼ ਇੰਪਲੀਮੈਂਟਡ ਬਾਏ ਦਾ ਇੰਡੀਅਨ ਗੌਰਮੈਂਟ ਐਕਟ 1980। ਅਤੇ ਜਿਹੜੀ ਉਹਨਾਂ ਦੀ ਇਹ ਰਿਪੋਰਟ ਸੀ ਮਾਂਟੇਗਿਊ ਚੈਮਸਫੋਰਡ ਰਿਪੋਰਟ, ਉਹਨੂੰ ਕਦੋਂ ਮੰਨਿਆ ਗਿਆ? ਭਾਰਤ ਸਰਕਾਰ ਦਾ ਜਿਹੜਾ ਐਕਟ ਆਇਆ 1919 ਈਸਵੀ ਦਾ, ਉਹਦੇ ਵਿੱਚ ਇਹਨੂੰ ਮੰਨ ਲਿਆ ਗਿਆ, ਲਾਗੂ ਕੀਤਾ ਗਿਆ ਸੀ ਇਹਨੂੰ। ਠੀਕ ਹੈ, ਹੁਣ ਅੱਗੇ ਹੈ In 1923 AD, the Lee Commission recommended for Central Public Service Commission and such commission in the provinces also। ਹੁਣ 1923 ਵਿੱਚ ਜਿਹੜਾ ਲੀ ਕਮਿਸ਼ਨ ਸੀਗਾ ਉਹਨੇ ਕੇਂਦਰੀ ਲੋਕ ਸੇਵਾ ਕਮਿਸ਼ਨ ਅਤੇ ਪ੍ਰਾਂਤਾਂ ਵਿੱਚ ਵੀ ਅਜਿਹੇ ਕਮਿਸ਼ਨ ਸਥਾਪਿਤ ਕਰਨ ਦੀ ਸਿਫਾਰਿਸ਼ ਕਰਤੀ। ਉਹਨੇ ਕਿਹਾ ਜਿਵੇਂ ਕੇਂਦਰ ਵਿੱਚ ਲੋਕ ਸੇਵਾ ਕਮਿਸ਼ਨ ਉਵੇਂ ਪ੍ਰਾਂਤਾਂ ਵਿੱਚ ਵੀ ਹੋਣਾ ਚਾਹੀਦਾ। ਸੋ ਇਨ 1926 AD ਸੈਂਟਰਲ ਪਬਲਿਕ ਸਰਵਿਸ ਕਮਿਸ਼ਨ ਐਂਡ ਸਮ ਪ੍ਰੋਵਿੰਸ਼ਲ ਪਬਲਿਕ ਸਰਵਿਸ ਕਮਿਸ਼ਨਸ ਵਰ ਇਸਟੇਬਲਿਸ਼ਡ। ਅਤੇ ਫਿਰ ਉਹਨਾਂ ਦੀ ਇਹ ਸਿਫਾਰਿਸ਼ 'ਤੇ ਕੀ ਸੀਗਾ ਵੀ 1926 ਵਿੱਚ ਤਾਂ ਜਿਹੜਾ ਸੀ ਕੇਂਦਰੀ ਲੋਕ ਸੇਵਾ ਕਮਿਸ਼ਨ, ਅਤੇ ਨਾਲ ਹੀ ਨਾਲ ਜਿਹੜਾ ਸੀਗਾ ਪ੍ਰੋਵਿੰਸ਼ੀਅਲ ਇਹ ਸੀਗਾ 1935 ਦੇ ਵਿੱਚ ਜਿਹੜਾ ਸੀਗਾ ਆਪਣਾ ਸੰਘੀ ਲੋਕ ਸੇਵਾ ਕਮਿਸ਼ਨ ਆ ਜਾਂ ਪ੍ਰਾਂਤਿਕ ਲੋਕ ਸੇਵਾ ਕਮਿਸ਼ਨ ਆ, ਇਹਨਾਂ ਦੋਨਾਂ ਦੀ ਵੀ ਸਥਾਪਨਾ ਹੋ ਗਈ ਸੀਗੀ। ਅਲਾਓ ਇਨ ਦਾ ਬ੍ਰਿਟਿਸ਼ ਰੂਲ ਇਨ ਦਾ India civil services, Indians were appointed in a large number but still mostly England people were appointed on higher posts। ਹੁਣ ਕਹਿੰਦੇ ਇਹਨਾਂ ਦੇ ਦੁਆਰਾ ਕੀ ਹੋਇਆ ਵੀ ਭਾਵੇਂ ਇਹ ਸਾਰੀਆਂ ਸਿਫਾਰਸ਼ਾਂ ਕਰਨ ਤੇ ਇੰਡੀਅਨ ਸਿਵਲ ਸਰਵਿਸ ਵਿੱਚ ਕਾਫੀ ਗਿਣਤੀ ਵਿੱਚ ਭਾਰਤੀਆਂ ਦੀ ਗਿਣਤੀ ਜਿਹੜੀ ਵੱਧ ਗਈ ਸੀਗੀ, ਉਹਨਾਂ ਨੂੰ ਜ਼ਿਆਦਾ ਪੋਸਟਾਂ 'ਤੇ ਨਿਯੁਕਤ ਕਰਤਾ ਸੀ। ਬਟ ਕੀ ਸੀ ਕਿ ਜਿਹੜੀਆਂ ਉੱਚੀਆਂ ਪੋਸਟਾਂ ਸੀ ਉਹ 'ਤੇ ਕਿਹਨੂੰ ਲਗਾਉਂਦੇ ਸੀ? ਉਹ ਫਿਰ ਅੰਗਰੇਜ਼ਾਂ ਨੂੰ ਹੀ ਲਗਾਉਂਦੇ ਸੀਗੇ। ਠੀਕ ਹੈ, ਦਾ ਮੇਨ ਏਮ ਆਫ ਦਿਸ ਵਾਜ਼ ਟੂ ਸਰਵ ਦਾ ਬ੍ਰਿਟਿਸ਼ ਇੰਟਰਸਟਸ। ਇਹਨਾਂ ਦਾ ਮੁੱਖ ਜਿਹੜਾ ਉਦੇਸ਼ ਸੀਗਾ ਉਹ ਕੀ ਸੀਗਾ ਕਿ ਅੰਗਰੇਜ਼ੀ ਸਰਕਾਰ ਦੇ ਹਿੱਤਾਂ ਦੀ ਰੱਖਿਆ ਕਰਨਾ ਸੀ, ਉਹਨਾਂ ਦੀ ਪਾਲਣਾ ਕਰਨਾ ਸੀ, ਨਾ ਕਿ ਸੀਗਾ ਵੈਲਫੇਅਰ ਆਫ ਦਾ ਪੀਪਲ। ਠੀਕ ਆ, ਲਿਖਿਆ ਹੈ ਨਾ, ਇੰਟਰਸਟਡ ਇਨ ਇੰਡੀਆ ਨੌਰ ਦਾ ਵੈਲਫੇਅਰ ਆਫ ਦਾ ਪੀਪਲ। ਕਹਿੰਦੇ ਇਹਨਾਂ ਦਾ ਉਦੇਸ਼ ਜਿਹੜਾ ਸੀਗਾ ਸਿਰਫ ਜਿਹੜੀ ਅੰਗਰੇਜ਼ੀ ਸਰਕਾਰ ਸੀ ਉਹਦੇ ਹਿੱਤਾਂ ਦੀ ਪਾਲਣਾ ਕਰਨਾ ਸੀ, ਨਾ ਕਿ ਭਾਰਤੀਆਂ ਦੀ ਕੋਈ ਭਲਾਈ ਕਰਨਾ ਸੀਗਾ ਇਹਦਾ ਉਦੇਸ਼। ਹੁਣ ਅੱਗੇ ਆ ਗਿਆ ਆਰਮੀ। ਆਰਮੀ ਹੈਡ ਆ ਗ੍ਰੇਟ ਕੰਟਰੀਬਿਊਸ਼ਨ ਇਨ ਇਸਟੇਬਲਿਸ਼ਮੈਂਟ ਐਂਡ ਐਕਸਪੈਂਸ਼ਨ ਆਫ ਬ੍ਰਿਟਿਸ਼ ਰੂਲ ਇਨ ਇੰਡੀਆ। ਦੇਖੋ ਭਾਰਤ ਵਿੱਚ ਜਿਹੜਾ ਅੰਗਰੇਜ਼ੀ ਸਾਮਰਾਜ ਆ ਉਹਦੀ ਸਥਾਪਨਾ, ਇਸਟੇਬਲਿਸ਼ਮੈਂਟ ਹੋ ਗਈ ਸਥਾਪਨਾ, ਐਕਸਪੈਂਸ਼ਨ ਹੋ ਗਿਆ ਵਿਸਥਾਰ। ਠੀਕ ਆ, ਸਥਾਪਨਾ ਦੇ ਵਿਸਤਾਰ ਕਰਨ ਦੇ ਲਈ ਜਿਹੜਾ ਕਿਹਦਾ ਰੋਲ ਸੀ ਸਭ ਤੋਂ ਵੱਧ? ਆਰਮੀ ਦਾ ਸਭ ਤੋਂ ਮਹੱਤਵਪੂਰਨ ਰੋਲ ਰਿਹਾ। In 1856 AD, number of Indians in the army was 2,33,000 and that of European was only 45,322। ਕਹਿੰਦੇ ਇਹਦੇ ਵਿੱਚ ਕੀ ਹੋਇਆ ਕਿ ਜਿਹੜੇ 1856 ਈਸਵੀ ਦੇ ਵਿੱਚ ਮੁਆਇਨਾ ਕੀਤਾ ਗਿਆ, ਠੀਕ ਹੈ, ਕਾਊਂਟਿੰਗ ਉਹਦੀ ਕੀਤੀ ਗਈ ਆ, ਉਹਦੇ ਵਿੱਚ ਇੰਡੀਅਨ ਜਿਹੜੇ ਲੋਕ ਸੀ ਕਿੰਨੇ ਸੀਗੇ ਆਰਮੀ ਦੇ ਵਿੱਚ ਸੈਨਿਕ? 2,33,000 ਸੀਗੇ, ਅਤੇ ਜਿਹੜੇ ਯੂਰਪੀਅਨ ਸੀ ਅੰਗਰੇਜ਼ ਸੈਨਿਕ ਸੀ ਉਹ ਕਿੰਨੇ ਸੀ? 45,322 ਸੀਗੇ। ਇੰਡੀਅਨ ਸੋਲਜਰਸ ਵਰ ਗਿਵਨ ਲੈਸ ਸੈਲਰੀਜ਼। ਦੇਖੋ ਹੁਣ ਜਿਹੜੇ ਇੰਡੀਅਨ ਸੋਲਜਰ ਸੀ ਲੈਸ ਸੈਲਰੀ ਮਤਲਬ ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਸੀਗੀ। ਐਂਡ ਅਲਾਊਂਸ ਦੈਨ ਇੰਗਲਿਸ਼ ਸੋਲਜਰਸ। ਠੀਕ ਹੈ, ਕਿਹਨਾਂ ਦੇ ਮੁਕਾਬਲੇ? ਅੰਗਰੇਜ਼ੀ ਸੈਨਿਕਾਂ ਦੇ ਮੁਕਾਬਲੇ ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਸੀਗੀ। ਠੀਕ ਹੈ, ਹੁਣ ਅੱਗੇ ਦੇਖਦੇ ਹਾਂ। ਦੇ ਕੁਡ ਬੀ ਪ੍ਰਮੋਟਡ ਓਨਲੀ ਟੂ ਦਾ ਪੋਸਟ ਆਫ ਸੂਬੇਦਾਰ। ਉਹਨਾਂ ਨੂੰ ਸਿਰਫ ਸੂਬੇਦਾਰ ਦੀ ਪੋਸਟ ਤੱਕ ਹੀ ਜਿਹੜਾ ਸੀਗਾ ਦਿੱਤੀ ਜਾਂਦੀ ਸੀਗੀ, ਉਹ ਤੋਂ ਵੱਧ ਉੱਚੀ ਪੋਸਟ ਜਿਹੜੀ ਇੰਡੀਅਨਸ ਨੂੰ ਨਹੀਂ ਦਿੱਤੀ ਜਾਂਦੀ ਸੀ। ਜੇ ਸਭ ਤੋਂ ਉੱਚੀ ਪਦਵੀ 'ਤੇ ਕਿਸੇ 'ਤੇ ਜਾ ਸਕਦੇ ਸੀ ਤਾਂ ਸੂਬੇਦਾਰ ਸੀ, ਸੂਬੇਦਾਰ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ। ਇੰਗਲਿਸ਼ ਆਫੀਸ਼ੀਅਲ ਯੂਜ਼ਡ ਟੂ ਟਰੀਟ ਇੰਡੀਅਨ ਸੋਲਜਰਸ ਵੈਰੀ ਬੈਡਲੀ। ਨਾਲ ਹੀ ਨਾਲ ਜਿਹੜੇ ਬ੍ਰਿਟਿਸ਼ ਆਫੀਸਰ ਹੁੰਦੇ ਸੀਗੇ ਉਹ ਅੰਗਰੇਜ਼ੀ ਸੈਨਿਕਾਂ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਸੀ। ਦੈਟ ਇਜ਼ ਵਾਈ ਇੰਡੀਅਨ ਸੋਲਜਰਸ ਰਿਵੋਲਟਡ ਅਗੇਂਸਟ ਬ੍ਰਿਟਿਸ਼ਰਸ ਇਨ 1857। ਕਹਿੰਦੇ ਇਸੇ ਕਰਕੇ ਜਿਹੜਾ ਸੀਗਾ ਭਾਰਤੀ ਸੈਨਿਕ ਸੀ ਉਹਨਾਂ ਨੇ 1857 ਦਾ ਜਿਹੜਾ ਸੀ ਵਿਦਰੋਹ ਕਰਤਾ ਸੀਗਾ ਅੰਗਰੇਜ਼ਾਂ ਦੇ ਖਿਲਾਫ। ਉਹਦੇ ਵਿੱਚ ਇਹਨਾਂ ਨੇ ਕਾਫੀ ਅੰਗਰੇਜ਼ ਅਫਸਰਾਂ ਨੂੰ ਮਾਰ ਵੀ ਦਿੱਤਾ ਸੀਗਾ। ਇਹ ਵਿਦਰੋਹ ਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ, ਤੁਹਾਨੂੰ ਪੂਰਾ ਕੰਪਲੀਟ ਲੈਸਨ ਆ, ਚੈਪਟਰ ਹੈ ਇਹਦੇ ਬਾਰੇ। ਆਫਟਰ ਦਾ ਰਿਵੋਲਟ ਆਫ 1857 AD ਇੰਪੋਰਟੈਂਟ ਚੇਂਜਸ ਵਰ ਮੇਡ ਇਨ ਦਾ ਇੰਡੀਅਨ ਆਰਮੀ ਸਰਵਿਸਿਜ਼ ਇਨ 1858। ਜਦੋਂ 1857 ਦਾ ਵਿਦਰੋਹ ਹੋਇਆ ਕਹਿੰਦੇ ਉਹ ਤੋਂ ਬਾਅਦ 1858 ਦੇ ਵਿੱਚ ਜਿਹੜੀ ਸੀਗੀ ਭਾਰਤੀ ਸੈਨਾ ਸਰਵਿਸ ਸੀਗੀ ਉਹਦੇ ਵਿੱਚ ਮਹੱਤਵਪੂਰਨ ਚੇਂਜਸ ਕੀਤੇ ਗਏ, ਤਬਦੀਲੀਆਂ ਕੀਤੀਆਂ ਗਈਆਂ। ਉਹਦੇ ਵਿੱਚੋਂ ਦੋ ਜਿਹੜੀਆਂ ਨੇ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਉਹ ਦੇਖ ਲੈਂਦੇ ਹਾਂ। ਦਾ ਨੰਬਰ ਆਫ ਇੰਗਲਿਸ਼ ਸੋਲਜਰਸ ਵਰ ਇਨਕਰੀਜ਼ਡ। ਕਿ ਅੰਗਰੇਜ਼ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ। ਸੈਕਿੰਡ, ਓਨਲੀ ਇੰਗਲਿਸ਼ ਵਰ ਅਪੁਆਇੰਟਡ ਇਨ
ਆਰਟਿਲਰੀ ਹੋ ਗਿਆ ਤੋਪਖਾਨਾ। ਕਿ ਤੋਪਖਾਨੇ 'ਤੇ ਕਿਹਨੂੰ ਨਿਯੁਕਤ ਕੀਤਾ ਜਾਂਦਾ ਸੀ? ਸਿਰਫ ਅੰਗਰੇਜ਼ਾਂ ਨੂੰ, ਤਾਂ ਕਿ ਉਹਨਾਂ ਨੂੰ ਆਇਆ ਸੀ ਵੀ ਕਿਤੇ ਜੇ ਇੰਡੀਅਨ ਸਿੱਖ ਗਏ ਹੋਰ ਨਾ ਕਿਤੇ ਸਾਡੇ ਖਿਲਾਫ ਖੜ੍ਹੇ ਹੋ ਕੇ ਸਾਨੂੰ ਤੋਪਾਂ ਨਾਲ ਡਾ ਦੇਣ, ਹੈ ਨਾ। ਫਿਰ ਹੈ ਸਿੱਖ ਐਂਡ ਗੋਰਖਾਜ਼ਬਾਜ਼ ਰਿਕੁਐਟਡ ਇਨ ਦਾ ਆਰਮੀ ਇੰਸਟੀਡ ਆਫ ਬ੍ਰਾਹਮਣ ਆਫ ਯੂਪੀ। ਹੁਣ ਯੂਪੀ ਦੇ ਬ੍ਰਾਹਮਣਾਂ ਦੀ ਥਾਂ 'ਤੇ ਸੈਨਾ ਵਿੱਚ ਕਿਹਨਾਂ ਨੂੰ ਭਰਤੀ ਕੀਤਾ ਜਾਣ ਲੱਗਿਆ? ਸਿੱਖਾਂ ਨੂੰ ਅਤੇ ਗੋਰਖਿਆਂ ਨੂੰ। ਠੀਕ ਆ। ਦਾ ਰੇਸ਼ੋ ਆਫ ਯੂਰਪੀਅਨ ਐਂਡ ਇੰਡੀਅਨ ਇਨ ਦਾ ਆਰਮੀ ਵਾਜ਼ ਮੇਡ 2:1। ਹੁਣ ਅੰਗਰੇਜ਼ੀ ਅਤੇ ਇੰਡੀਅਨ ਸੈਨਾ ਦੀ ਜਿਹੜੀ ਰੇਸ਼ੋ ਕਿੰਨੀ ਰਹਿ ਗਈ ਸੀ? 2। ਜੇ ਮਤਲਬ 2 ਉਹ ਸੀਗੇ, ਆਪਾਂ ਮੰਨ ਲਿਆ ਵੀ 2% ਉਹ ਨੇ, ਤਾਂ 1 ਜਿਹੜਾ ਸੀਗਾ ਰੇਸ਼ੋ ਵਿੱਚ ਉਹਨਾਂ ਦੀ ਸੈਨਾ ਸੀਗੀ ਅੰਗਰੇਜ਼ਾਂ ਦੀ। The chief commander was made the member of Governor General's Council. Troop were established on the basis of religion and caste. ਇੱਕ ਕੰਮ ਹੁਣ ਇਹਦੇ ਵਿੱਚ ਹੋਰ ਕੀ ਕੀਤਾ ਉਹਨਾਂ ਨੇ ਇਹ ਤੋਂ ਬਾਅਦ, ਕਿ ਜਿਹੜਾ ਪ੍ਰਧਾਨ ਸੈਨਾਪਤੀ ਸੀਗਾ, ਠੀਕ ਆ, ਉਹਨੂੰ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਬਣਾਤਾ। ਨਾਲ ਹੀ ਨਾਲ ਹੁਣ ਰਿਲੀਜਨ ਅਤੇ ਕਾਸਟ ਦੇ ਅਕੋਰਡਿੰਗ ਕਹਿੰਦੇ ਕੀ ਸੀਗਾ, ਸੈਨਾ ਦੀਆਂ ਟੁਕੜੀਆਂ ਸਥਾਪਿਤ ਕਰਤੀਆਂ, ਰੈਜੀਮੈਂਟ ਬਣਾਤੇ ਅਲੱਗ-ਅਲੱਗ। ਠੀਕ ਹੈ, ਸਿੱਖ ਰੈਜੀਮੈਂਟ ਬਣਾਤਾ, ਹਿੰਦੂ ਰੈਜੀਮੈਂਟ ਬਣਾਤਾ, ਮੁਸਲਿਮ ਰੈਜੀਮੈਂਟ ਬਣਾਤਾ, ਰਾਜਪੂਤ ਰੈਜੀਮੈਂਟ ਬਣਾਤਾ, ਇੱਦਾਂ ਦੇ ਬਣਾਤੇ। ਸੋ ਦੈਟ ਦਾ ਯੂਨਿਟੀ ਮੰਗ ਦਾ ਸੋਲਜਰਸ ਕੁਡ ਨਾਟ ਇਮਰਜ, ਤਾਂ ਕਿ ਕੀ ਆ ਵੀ ਸੈਨਿਕਾਂ ਦੇ ਵਿੱਚ ਜਿਹੜੀ ਏਕਤਾ ਵਾ ਉਹ ਪੈਦਾ ਨਾ ਹੋ ਸਕੇ। ਟੂ ਮੇਕ ਪੋਸੀਬਿਲੀ ਆਫ ਰਿਵੋਲਟ ਲੈਸ, ਜਿਹਦੇ ਨਾਲ ਕੀ ਆ ਵਿਦਰੋਹ ਦੀ ਸੰਭਾਵਨਾ ਵਾ ਜਿਹੜੀ ਉਹ ਵੀ ਘੱਟ ਜਾਵੇ, ਪੋਸੀਬਿਲਿਟੀ ਹੁੰਦੀ ਹੈ ਸੰਭਾਵਨਾ। ਅੱਗੇ ਹੈਗਾ ਪੁਲਿਸ। ਠੀਕ ਹੈ, ਟੂ ਇਸਟੇਬਲਿਸ਼ ਲਾ ਐਂਡ ਆਰਡਰ ਲਾਰਡ ਕਾਰਨਵਾਲਿਸ ਰਿਫੋਰਮਡ ਦਾ ਪੁਲਿਸ ਡਿਪਾਰਟਮੈਂਟ ਔਰ ਡਿਸਟ੍ਰਿਕਟ ਕੈਪਟਨਸ ਪਰ ਅਪੁਆਇੰਟਡ ਐਂਡ ਡਿਸਟ੍ਰਿਕਟ ਵਰ ਫਰਦਰ ਡਿਵਾਈਡਡ ਇਨਟੂ ਥਾਨਾਜ਼। ਕਹਿੰਦੇ ਹੁਣ ਉਹਨੇ ਕੀ ਕੀਤਾ ਕਿ ਲਾਰਡ ਕਾਰਨਵਾਲਿਸ ਨੇ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਜਿਹੜਾ ਸੀਗਾ ਕਾਨੂੰਨ ਅਤੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਪੁਲਿਸ ਵਿਭਾਗ ਦੇ ਵਿੱਚ ਵੀ ਸੁਧਾਰ ਕੀਤਾ ਸੀਗਾ। ਇਹਦੇ ਵਿੱਚ ਉਹਨੇ ਕੀ ਕੀਤਾ ਵੀ ਜ਼ਿਲ੍ਹਿਆਂ ਦੀ ਦੇਖਭਾਲ ਦੇ ਲਈ ਕੀ ਸੀਗਾ, ਅੰਗਰੇਜ਼ ਪੁਲਿਸ ਕਪਤਾਨ ਨਿਯੁਕਤ ਕਰਤੇ, ਅਤੇ ਨਾਲ ਹੀ ਜਿਹੜੇ ਜ਼ਿਲ੍ਹੇ ਸੀ ਉਹਨਾਂ ਨੂੰ ਅੱਗੇ ਕਾਹਦੇ ਵਿੱਚ ਵੰਡਤਾ? ਥਾਣਿਆਂ ਵਿੱਚ ਵੰਡਤਾ। ਠੀਕ ਆ। ਇਹ ਤੋਂ ਬਾਅਦ ਕੀ ਹੋਇਆ? ਐਵਰੀ ਥਾਣਾ ਵਾਜ਼ ਅੰਡਰ ਆ ਦਰੋਗਾ, ਅਤੇ ਹਰੇਕ ਥਾਣਾ ਕਿਹਦੇ ਅੰਡਰ ਆਉਂਦਾ ਸੀ? ਇੱਕ ਦਰੋਗਾ ਦੇ ਅੰਡਰ ਆਉਂਦਾ ਸੀ। ਦਾ ਪੁਲਿਸ ਕੈਪਟਨ ਯੂਜ਼ਡ ਟੂ ਚੈੱਕ ਦਾ ਵਰਕ ਆਫ ਦਾ ਦਰੋਗਾ। ਜਿਹੜੇ ਦਰੋਗਾ ਹੁੰਦੇ ਸੀ ਉਹਨਾਂ ਦੇ ਕੰਮ ਕੌਣ ਚੈੱਕ ਕਰਦਾ ਸੀ? ਅਗੇਨ ਪੁਲਿਸ ਕਪਤਾਨ। ਅੱਗੇ ਹੈ ਵਾਚਮੈਨ ਬਾਰ ਅਪੁਆਇੰਟਡ ਟੂ ਲੁੱਕ ਆਫਟਰ ਦਾ ਵਿਲੇਜਸ। ਪਿੰਡਾਂ ਦੀ ਦੇਖਭਾਲ ਦੇ ਲਈ ਚੌਂਕੀਦਾਰ ਨਿਯੁਕਤ ਕੀਤੇ ਗਏ। ਈਵਨ ਇਨ ਦਾ ਪੁਲਿਸ ਡਿਪਾਰਟਮੈਂਟ ਆਲਸੋ ਇੰਡੀਅਨਸ ਵਰ ਨੋਟ ਅਪੁਆਇੰਟਡ ਔਨ ਹਾਈ ਪੋਸਟਸ। ਇੱਦਾਂ ਹੀ ਸੈਨਾ ਵਾਂਗੂ ਪੁਲਿਸ ਡਿਪਾਰਟਮੈਂਟ ਵਿੱਚ ਸੀਗਾ ਵੀ ਇੰਡੀਅਨ ਜਿਹੜੇ ਸੀ ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਨਹੀਂ ਲਗਾਇਆ ਜਾਂਦਾ ਸੀ। ਦੇਅਰ ਸੈਲਰੀਜ਼ ਵਰ ਲੈਸ ਦੈਨ ਦਾ ਬ੍ਰਿਟਿਸ਼। ਉਹਨਾਂ ਦੀ ਤਨਖਾਹ ਵੀ ਜਿਹੜੇ ਸੀਗੇ ਅੰਗਰੇਜ਼ੀ ਸੈਨਾ ਨਾਲੋਂ, ਉਹ ਮਤਲਬ ਅੰਗਰੇਜ਼ੀ ਪੁਲਿਸ ਅਧਿਕਾਰੀਆਂ ਨਾਲੋਂ ਘੱਟ ਸੀਗੀ। ਦਾ ਬਿਹੇਵੀਅਰ ਆਫ ਪੁਲਿਸ ਇੰਪਲੋਇਜ਼ ਵਾਸ ਨਾਟ ਗੁੱਡ ਵਿਦ ਦਾ ਇੰਡੀਅਨਸ। ਨਾਲ ਹੀ ਨਾਲ ਜਿਹੜੇ ਪੁਲਿਸ ਕਰਮਚਾਰੀ ਹੁੰਦੇ ਸੀ ਭਾਰਤੀਆਂ ਨਾਲ ਵੀ ਉਹਨਾਂ ਦਾ ਵਤੀਰਾ ਚੰਗਾ ਨਹੀਂ ਸੀਗਾ, ਬੁਰਾ ਵਿਵਹਾਰ ਹੀ ਕਰਦੇ ਸੀ ਇਹਨਾਂ ਨਾਲ। ਹੁਣ ਅੱਗੇ ਆ ਗਿਆ ਜੁਡੀਸ਼ੀਅਲ ਸਿਸਟਮ, ਕਿ ਨਿਆਂ ਵਿਵਸਥਾ ਜਿਹੜੀ ਉਹ ਕਿਹੋ ਜਿਹੀ ਸੀਗੀ। ਦਾ ਇੰਪੋਰਟੈਂਟ ਕੰਟਰੀਬਿਊਸ਼ਨ ਔਨ ਦਾ ਬ੍ਰਿਟਿਸ਼ ਵਾਜ਼ ਟੂ ਇਸਟੇਬਲਿਸ਼ ਦਾ ਜੁਡੀਸ਼ੀਅਲ ਸਿਸਟਮ ਐਂਡ ਟੂ ਇਨੈਕਟ ਆ ਰਿਟਨ ਲਾ। ਕਹਿੰਦੇ ਅੰਗਰੇਜ਼ਾਂ ਦਾ ਭਾਰਤ ਨੂੰ ਇੱਕ ਮਹੱਤਵਪੂਰਨ ਦੇਣ ਕੀ ਆ? ਨਿਆਂ ਵਿਵਸਥਾ ਕਾਇਮ ਕਰਨਾ ਵਾ ਅਤੇ ਲਿਖਤੀ ਕਾਨੂੰਨ ਬਣਾਉਣਾ ਸੀਗਾ। ਠੀਕ ਆ। ਵਾਰਨ ਹੇਸਟਿੰਗ ਜਿਹੜਾ ਸੀਗਾ ਉਹਨੇ ਕੀ ਕੀਤਾ? ਵਾਰਨ ਹੇਸਟਿੰਗ ਇਸਟੇਬਲਿਸ਼ਡ ਦੀਵਾਨੀ ਐਂਡ ਕ੍ਰਿਮੀਨਲ ਕੋਰਟਸ ਇਨ ਡਿਸਟ੍ਰਿਕਟ। ਉਹਨੇ ਜ਼ਿਲ੍ਹਿਆਂ ਦੇ ਵਿੱਚ ਦੀਵਾਨੀ ਅਦਾਲਤ ਅਤੇ ਜਿਹੜੀਆਂ ਸਦਰ ਨਿਜ਼ਾਮਤ ਅਦਾਲਤ ਸੀਗੀਆਂ ਉਹ ਸਥਾਪਿਤ ਕਰਤੀਆਂ ਸੀ। ਵਾਈ ਦਾ ਰੈਗੂਲੇਟਿੰਗ ਐਕਟ 1773 AD ਸੁਪਰੀਮ ਕੋਰਟ ਵਾਜ਼ ਇਸਟੇਬਲਿਸ਼ਡ ਇਨ ਕਲਕੱਤਾ। 1773 ਈਸਵੀ ਦੇ ਜਿਹੜਾ ਰੈਗੂਲੇਟਿੰਗ ਐਕਟ ਸੀ ਉਹਦੇ ਅਕੋਰਡਿੰਗ ਜਿਹੜਾ ਸੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਸੀ। ਕਿੱਥੇ? ਕਲਕੱਤਾ ਦੇ ਵਿੱਚ। ਠੀਕ ਹੈ। ਟੂ ਗਾਈਡ ਦਾ ਜੱਜ ਬੁੱਕ ਨੇਮਡ ਕੋਡ ਆਫ ਕਾਰਨਵਾਲਿਸ ਵਾਜ਼ ਪ੍ਰੀਪੇਅਰਡ ਬਾਏ ਕਾਰਨਵਾਲਿਸ। ਹੁਣ ਜੱਜ ਆ ਜਿਹੜੇ, ਠੀਕ ਆ, ਉਹਨਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਕਾਰਨਵਾਲਿਸ ਨੇ ਇੱਕ ਬੁੱਕ ਪ੍ਰੀਪੇਅਰ ਕਰਵਾਈ ਸੀ, ਉਹਦਾ ਨਾਂ ਕੀ ਸੀ? ਕੋਡ ਆਫ ਕਾਰਨਵਾਲਿਸ। ਇਨ 1832 AD ਲਾਰਡ ਵਿਲੀਅਮ ਬੈਂਟਿੰਗ ਸਟਾਰਟਡ ਜੂਰੀ ਸਿਸਟਮ ਇਨ ਬੰਗਾਲ। ਹੁਣ ਕੀ ਹੋਇਆ ਕਿ 1832 ਦੇ ਵਿੱਚ ਬੰਗਾਲ ਵਿੱਚ ਨਿਆਂ ਪ੍ਰਥਾ ਦੀ ਸਥਾਪਨਾ ਕਰਤੀ ਕਿਹਨੇ? ਲਾਰਡ ਵਿਲੀਅਮ ਬੈਂਟਿੰਗ ਨੇ। ਠੀਕ ਆ। ਇਨ ਦਾ ਚਾਰਟਰ ਐਕਟ ਆਫ 1833 AD ਆ ਇੰਡੀਅਨ ਲਾ ਕਮਿਸ਼ਨ ਵਾਜ਼ ਇਸਟੇਬਲਿਸ਼ਡ ਟੂ ਕੰਪਾਈਲ ਦਾ ਲਾਜ਼। ਅਤੇ ਨਾਲ ਹੀ ਨਾਲ 1833 ਈਸਵੀ ਦੇ ਚਾਰਟਰ ਐਕਟ ਅਧੀਨ ਕੀ ਹੋਇਆ ਵੀ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ਇੰਡੀਅਨ ਲਾ ਕਮਿਸ਼ਨ ਦੀ ਵੀ ਸਥਾਪਨਾ ਕਰਤੀ। ਲਾ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ? 1833 ਈਸਵੀ ਵਿੱਚ। ਠੀਕ ਹੈ। ਅੱਗੇ ਹੈ
ਗਵਰਨਰ ਜਨਰਲ ਵਾਜ਼ ਗਿਵਨ ਦਾ ਰਾਈਟ ਟੂ ਮੇਕ ਆਲ ਲਾਜ਼। ਹੁਣ ਗਵਰਨਰ ਜਨਰਲ ਜਿਹੜਾ ਸੀ ਉਹਨੂੰ ਅਧਿਕਾਰ ਮਿਲ ਗਿਆ ਸੀ, ਰਾਈਟ ਮਿਲ ਗਿਆ ਸੀ ਕੀ ਕਰਨ ਦਾ, ਸਾਰੇ ਕਾਨੂੰਨ ਬਣਾਉਣ ਦਾ। ਅ ਰੂਲ ਆਫ ਲਾ ਵਾਜ਼ ਇਸਟੇਬਲਿਸ਼ਡ ਇਨ ਦਾ ਹੋਲ ਇੰਪਾਇਰ। ਪੂਰਾ ਜਿਹੜਾ ਇੰਪਾਇਰ ਆ, ਠੀਕ ਆ, ਜਿਵੇਂ ਆਪਾਂ ਮੰਨ ਕੇ ਚੱਲੀਏ ਪੂਰਾ ਸਾਮਰਾਜ ਆ ਜਿਹੜਾ ਕਾਨੂੰਨ ਬਣਾਉਣ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ ਸੀ ਸਾਰੇ ਸਾਮਰਾਜ 'ਤੇ, ਠੀਕ ਆ। ਅਕੋਰਡਿੰਗ ਟੂ ਇਟ ਆਲ ਇੰਡੀਅਨਸ ਵਾਰ ਟਰੀਟਡ ਇਕੁਅਲ ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ। ਇਹਦੇ ਅਕੋਰਡਿੰਗ ਕੀ ਸੀਗਾ, ਔਨ ਦਾ ਬੇਸਿਸ ਆਫ ਰਿਲੀਜਨ ਐਂਡ ਕਾਸਟ। ਕਹਿੰਦੇ ਹੁਣ ਇਹਦੇ ਅਕੋਰਡਿੰਗ ਕੀ ਸੀਗਾ ਵੀ ਜਿਹੜੇ ਵੀ ਮਤਲਬ ਸਾਰੇ ਭਾਰਤੀ ਨੇ ਉਹਨਾਂ ਨੂੰ ਜਾਤੀ ਜਾਂ ਧਰਮ ਦੇ ਆਧਾਰ 'ਤੇ ਕੋਈ ਭੇਦਭਾਵ ਆ ਜਿਹੜਾ ਕਾਨੂੰਨ ਦੀ ਨਜ਼ਰ ਤੋਂ ਬਰਾਬਰ ਸਮਝਿਆ ਜਾਊਗਾ, ਉਹ ਨਹੀਂ ਕੀਤਾ ਜਾਊਗਾ, ਭੇਦਭਾਵ ਨਹੀਂ ਕੀਤਾ ਜਾਊਗਾ, ਕਾਨੂੰਨ ਦੀ ਨਜ਼ਰ ਤੋਂ ਸਾਰੇ ਬਰਾਬਰ ਹੋਣਗੇ। ਬਟ ਕੀ ਹੋਇਆ, ਸੱਚ ਲਾਈਕ ਅਦਰ ਸਿਵਲ ਸਰਵਿਸ ਇੰਡੀਅਨਸ ਵਾਰ ਨੋਟ ਟਰੀਟਡ ਐਟ ਪਾਰ ਵਿਦ ਯੂਰਪੀਅਨਸ। ਪਰ ਫਿਰ ਵੀ ਕਹਿੰਦੇ ਉਹੀ ਕਮੀ ਰਹਿ ਗਈ ਕਿ ਡਿਸਕ੍ਰਿਮੀਨੇਸ਼ਨ ਕੀਤਾ ਗਿਆ। ਕਿੱਥੇ ਕੀਤਾ ਗਿਆ ਕਿ ਜਿਹੜੀਆਂ ਉੱਚੀਆਂ ਪਦਵੀਆਂ ਸੀ ਉੱਥੇ ਕਿਹਨੂੰ ਲਗਾਇਆ ਜਾਂਦਾ ਸੀ, ਓਨਲੀ ਯੂਰਪੀਅਨਸ ਨੂੰ। ਦੇ ਵਾਰ ਡਿਪੈਰੇਜ ਫਰੋਮ ਅਦਰ ਪ੍ਰੀਵਿਲੇਜਸ। ਹੁਣ ਕੀ ਸੀ ਕਿ ਉਹਨਾਂ ਨਾਲ ਦੂਜੀਆਂ ਸਿਵਲ ਸਰਵਿਸ ਵਿੱਚ ਜੁਰਮੀਆਂ ਦੇ ਸਮਾਨ ਨਹੀਂ ਸਮਝਿਆ ਜਾਂਦਾ ਸੀ, ਉਹਨਾਂ ਨਾਲ ਕੁਝ ਵਿਸ਼ੇਸ਼ ਅਧਿਕਾਰਾਂ ਤੋਂ ਉਹਨਾਂ ਨੂੰ ਡਿਵੈਰਿਡ ਰੱਖਿਆ ਜਾਂਦਾ ਸੀ, ਵਾਂਝਾ ਰੱਖਿਆ ਜਾਂਦਾ ਸੀਗਾ, ਠੀਕ ਹੈ। ਫੋਰ ਐਗਜ਼ਾਮਪਲ ਜੇ ਆਪਾਂ ਦੇਖ ਲਈਏ, ਦ ਇੰਡੀਅਨ ਜੱਜਸ ਹੈਡ ਨੋ ਰਾਈਟ ਟੂ ਗਿਵ ਵੈਰਡਿਕਟ ਓਵਰ ਦਾ ਕੇਸ ਰਿਲੇਟਡ ਵਿਦ ਯੂਰਪੀਅਨਸ। ਕਿ ਜਿਹੜੇ ਇੰਡੀਅਨ ਸੀਗੇ, ਠੀਕ ਆ, ਇੰਡੀਅਨ ਆਪਾਂ ਕਹਿ ਦਈਏ ਜੱਜ ਸੀਗੇ, ਯੂਰਪੀਅਨ ਦੇ ਮੁਕੱਦਮਿਆਂ ਦਾ ਵੈਰਡਿਕਟ ਯਾਨੀ ਕਿ ਫੈਸਲਾ ਉਹ ਨਹੀਂ ਕਰ ਸਕਦੇ ਸੀਗੇ। ਇਨ 1833 AD ਲਾਰਡ ਰਿਪਨ ਟਰਾਈਡ ਟੂ ਗਿਵ ਸੱਚ ਇਕੁਅਲ ਰਾਈਟ ਟੂ ਇੰਡੀਅਨ ਜੱਜਸ। ਕਹਿੰਦੇ 1833 ਵਿੱਚ ਲਾਰਡ ਰਿਪਨ ਨੇ ਇੰਡੀਅਨ ਦੇ ਜੱਜਸ ਨੂੰ ਇਹ ਜਿਹੜਾ ਸੀਗਾ ਅਧਿਕਾਰ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ, ਬਟ ਰਿਮੇਨਡ ਅਨਸਕਸੈਸਫੁਲ। ਪਰ ਉਹ ਵੀ ਕੀ ਸੀਗਾ, ਅਸਫਲ ਹੋ ਗਿਆ ਸੀ। ਇਸ ਦੇ ਨਾਲ ਹੀ ਮੇਰਾ ਅੱਜ ਦਾ ਇਹ ਲੈਸਨ ਆ ਜਿਹੜਾ ਖਤਮ ਹੁੰਦਾ, ਠੀਕ ਹੈ। ਦੇਖੋ ਹੁਣ ਜੇ ਤੁਸੀਂ ਇਹ ਲੈਸਨ ਨੂੰ ਪਹਿਲਾਂ ਸਟੋਰੀ ਟਾਈਪ ਸੁਣੋਗੇ ਫਿਰ ਕੁਐਸਚਨ ਸੀਰੀਜ਼ ਨੂੰ ਸੋਲਵ ਕਰੋਗੇ, ਇਟ ਮੀਨਸ ਤੁਹਾਡੇ ਲਈ ਬਹੁਤ ਇਫੈਕਟਿਵ ਹੋਊਗਾ। ਮੇਨ ਫੈਕਟ ਨੇ ਜਿਹੜੇ ਤੁਹਾਨੂੰ ਯਾਦ ਹੋ ਜਾਣਗੇ। ਦੇਖੋ NCERT ਹੈ ਜਿਹੜੀ ਫੁੱਲ ਆਫ ਇਨਫੋਰਮੇਸ਼ਨ ਸੋਰਸ ਆ ਇਹ, ਇਹਦੀ ਰੀਡਿੰਗ ਜ਼ਰੂਰ ਲੈਣੀ ਚਾਹੀਦੀ ਹੈ। ਐਂਡ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਬੁੱਕ ਵਿੱਚੋਂ ਕੁਝ ਵੀ ਪੜ੍ਹਨ ਦੀ ਲੋੜ ਨਹੀਂ ਪਊਗੀ, ਜਸਟ ਮੇਰੀ ਕੁਐਸਚਨ ਸੀਰੀਜ਼ ਵਾਲੀ ਵੀਡੀਓ ਦੇਖ ਲਓ, ਤੁਹਾਨੂੰ ਸਾਰਾ ਲਰਨ ਹੋ ਜਾਊਗਾ। ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।